आप लिहो तुम कथा सुधारी। सतनाम श्री वाहिगुरु साहिब जी दोहरा। रत्न जटत सिर मुक्त को भूपत धरियो उतार। जूड़ा किसन को करियो दृढ़ पगिया को तार। वाहिगुरु जी का खालसा वाहिगुरु जी की फतेह। परम सन्मान जो गुरु खालसा साध संगत जी सतगुਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਹੋ ਕਰਕੇ ਆਪ ਜੀ ਹਰ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਜਿਸ ਸਮੇਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਪਹੁੰਚੇ ਹਨ, ਮਾਮਾ ਕਿਰਪਾਲ ਚੰਦ ਅਤੇ ਹੋਰ ਸਿੱਖਾਂ ਨੇ ਪਟਨੇ ਦਾ ਇਤਿਹਾਸ ਪੁੱਛਿਆ ਹੈ, ਤਾਂ ਸਤਿਗੁਰੂ ਜੀ ਜਰਾਸੰਧ ਰਾਜੇ ਦੀ ਕਥਾ ਸੁਣਾ ਰਹੇ ਹਨ। ਇਹ ਕੰਸ ਦਾ ਸਹੁਰਾ ਸੀ ਔਰ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਬੜਾ ਵੱਡਾ ਭਾਰੀ ਵਿਰੋਧੀ ਸੀ। ਜਦੋਂ ਪਾਂਡਵਾਂ ਨੇ ਰਾਜਸੂ ਜਗ ਕਰਨਾ ਸੀ ਤਾਂ ਕ੍ਰਿਸ਼ਨ ਜੀ ਨੇ ਜਰਾਸੰਧ ਨੂੰ ਮਾਰਨ ਦੀ ਗੱਲ ਆਖੀ ਕਿ ਜਿੰਨਾ ਚਿਰ ਜਰਾਸੰਧ ਨੂੰ ਨਹੀਂ ਮਾਰਦੇ ਜਾਂ ਉਸ ਨੂੰ ਆਪਣੀ ਈਨ ਨਹੀਂ ਮਨਾਉਂਦੇ, ਉਹਨਾਂ ਚਿਰ ਸਾਡਾ ਜਗ ਸੰਪੂਰਨ ਨਹੀਂ ਹੋ ਸਕਦਾ। ਸੋ ਆਪਾਂ ਚੱਲ ਕੇ ਪਹਿਲਾਂ ਉਸ ਨੂੰ ਫਤਿਹ ਕਰੀਏ। ਤੋ ਕ੍ਰਿਸ਼ਨ ਜੀ ਨਾਲ ਅਰਜਨ ਅਤੇ ਭੀਮ ਨੂੰ ਲੈ ਕੇ ਤਿੰਨੇ ਜਣੇ ਪਟਨਾ ਸਾਹਿਬ ਪਹੁੰਚੇ ਸਨ ਔਰ ਰਾਜੇ ਜਰਾਸੰਧ ਨੂੰ ਯੁੱਧ ਵਾਸਤੇ ਜਾ ਕੇ ਵੰਗਾਰਿਆ ਸੀ। ਬਾਹਮਣ ਦੇ ਭੇਸ ਵਿੱਚ ਗਏ ਸਨ, ਕਿਉਂਕਿ ਸਿੱਧਾ ਜਾਂਦਿਆਂ ਬੜਾ ਭਾਰੀ ਖਤਰਾ ਸੀ ਕਿ ਜਰਾਸੰਧ ਨੇ ਆਪਣੇ ਸ਼ਹਿਰ ਦੇ ਵਿੱਚ ਵੜਨ ਵਾਸਤੇ ਆਪਣੇ ਦੁਸ਼ਮਣਾਂ ਦਾ ਪਤਾ ਲਾਉਣ ਵਾਸਤੇ ਇੱਕ ਘੰਟਮਾਲ ਲਾਈ ਹੋਈ ਸੀ। ਜਦੋਂ ਕੋਈ ਵਿਰੋਧੀ ਸਿੱਧੇ ਰਾਹ ਆਉਂਦਾ ਸੀ ਤਾਂ ਘੰਟੇ ਵੱਜਣੇ ਸ਼ੁਰੂ ਹੋ ਜਾਂਦੇ ਸਨ ਅਤੇ ਜਰਾਸੰਧ ਸੁਚੇਤ ਹੋ ਕੇ ਆਪਣੇ ਚੱਕਰ ਨੂੰ ਆਗਿਆ ਦਿੰਦਾ ਸੀ। ਉਹਨੇ ਚੱਕਰ ਐਸਾ ਲਾਇਆ ਹੋਇਆ ਸੀ ਜਿਹੜਾ ਵੀ ਆਵੇ ਉਹਦਾ ਸਿਰ ਉਡਾ ਦਿੰਦਾ ਸੀ। ਸੋ ਕ੍ਰਿਸ਼ਨ ਜੀ ਪਿਛਲੇ ਪਾਸਿਓਂ ਗਏ ਹਨ ਅਤੇ ਜਾ ਕੇ ਜਰਾਸੰਧ ਨੂੰ ਵੰਗਾਰਿਆ ਹੈ। ਉਹ ਕਥਾ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕਰ ਚੁੱਕੇ ਹਾਂ। ਹੁਣ ਜਰਾਸੰਧ ਭੀਮ ਨਾਲ ਯੁੱਧ ਕਰਨ ਲਈ ਤਿਆਰ ਹੋ ਪਿਆ। ਆਪਣਾ ਰਾਜ ਆਪਣੇ ਪੁੱਤਰ ਸੁਖਦੇਵ ਨੂੰ ਦੇ ਕੇ ਅਤੇ ਫਿਰ ਉਸਨੇ ਤਿਆਰੀ ਕਰ ਲਈ ਯੁੱਧ ਦੀ। ਮੁਕਟ ਜਿਹੜਾ ਹੀਰਿਆਂ ਮੋਤੀਆਂ ਨਾਲ ਜੜਿਆ ਸਿਰ 'ਤੇ ਪਾਇਆ ਸੀ ਉਤਾਰ ਕੇ ਰੱਖ ਦਿੱਤਾ। ਕੇਸਾਂ ਦਾ ਜੂੜਾ ਕੀਤਾ, ਕਿਉਂਕਿ ਉਸ ਵੇਲੇ ਸਾਰੇ ਕੇਸਾਧਾਰੀ ਹੁੰਦੇ ਸਨ। ਦਾੜਾ ਕੇਸ ਨਹੀਂ ਸੀ ਕਟਾਇਆ ਕਰਦੇ ਔਰ ਸ਼ਸਤਰਧਾਰੀ ਹੁੰਦੇ ਸਨ। ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ ਸੰਪੂਰਨ ਕੇਸਾਧਾਰੀ ਔਰ ਸ਼ਸਤਰਧਾਰੀ ਔਰ ਜਤ ਸਤ ਦੀ ਨਿਸ਼ਾਨੀ ਕਛਹਿਰਾ ਬਖਸ਼ਿਆ ਹੈ। ਅੱਜ ਕੱਲ੍ਹ ਕਈ ਲੋਕ ਸ਼ੰਕਾ ਕਰਦੇ ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਨਵਾਂ ਹੀ ਪੰਥ ਚਲਾਤਾ, ਪਰ ਮਹਾਰਾਜ 10ਵੇਂ ਪਾਤਸ਼ਾਹ ਨੇ ਨੌਨਿਤ ਖੱਤਰੀ ਨੂੰ ਦੱਸਿਆ ਸੀ ਵੀ ਅਸੀਂ ਤਾਂ ਪੁਰਾਤਨ ਪੰਥ ਪ੍ਰਗਟ ਕੀਤਾ ਹੈ ਜਿਹੜਾ ਆਦਿ ਕਾਲ ਤੋਂ ਹੈ। ਜਦੋਂ ਮਨੁੱਖ ਜਨਮ ਲੈਂਦਾ ਅਤੇ ਉਹਨੂੰ ਉਸੇ ਤਰ੍ਹਾਂ ਰੱਖਿਆ ਜਾਵੇ ਤਾਂ ਉਹ ਤਿਆਰ ਬਰ ਤਿਆਰ ਖਾਲਸਾ ਹੀ ਨਜ਼ਰ ਆਉਂਦਾ ਹੈ। ਜਿਹੜੇ ਕੇਸ ਕਟਾਉਂਦੇ ਹਨ ਇਹ ਤਾਂ ਆਪਣੀ ਮਨਮਤ ਨਾਲ ਕਰਦੇ ਹਨ, ਪਰਮੇਸ਼ਰ ਦੇ ਭਾਣੇ ਦੇ ਵਿੱਚ ਦਖਲਅੰਦਾਜ਼ੀ ਕਰਦੇ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਸੋ ਬੇਈਮਾਨ ਬਣਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁਰਾਤਨ ਇਤਿਹਾਸ ਸਾਰਾ ਲਿਖਿਆ ਹੈ। ਸੋ ਜਰਾਸੰਧ ਨੇ ਵੀ ਆਪਣੇ ਕੇਸਾਂ ਦਾ ਜੂੜਾ ਕੀਤਾ ਅਤੇ ਉੱਤੇ ਦਸਤਾਰ ਕੱਸ ਕੇ ਬੰਨ੍ਹੀ ਹੈ, ਸ਼ਸਤਰ ਬਸਤਰ ਸਜਾਏ ਹਨ, ਯੁੱਧ ਦੇ ਲਈ ਤਿਆਰ ਹੋਇਆ ਹੈ। ਆਓ ਸਰਵਣ ਕਰੀਏ ਇਹ ਕਥਾ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਰਤਨ ਜਟਤ ਸਿਰ ਮੁਕਤ ਕੋ। ਰਤਨਾਂ ਨਾਲ ਜੜਿਆ ਹੋਇਆ ਸੋਨੇ ਦਾ ਮੁਕਟ ਸਿਰ ਤੋਂ ਭੂਪਤ ਧਰਿਓ ਉਤਾਰ। ਰਾਜੇ ਜਰਾਸੰਧ ਨੇ ਸਿਰ ਤੋਂ ਉਤਾਰ ਕੇ ਰੱਖ ਦਿੱਤਾ। ਜੂੜਾ ਕੇਸਨ ਕੋ ਕਰਿਓ। ਔਰ ਕੇਸਾਂ ਦਾ ਜੂੜਾ ਕਰ ਲਿਆ। ਦ੍ਰਿੜ ਪਗਿਆ ਕੋ ਤਾਰ। ਉੱਤੇ ਦਸਤਾਰ ਕੱਸ ਕੇ ਸਜਾ ਲਈ ਹੈ। ਚਾਪਈ ਕਟ ਕਹੋ ਕਸ ਕੈ ਹੋਇਓ ਤਿਆਰ। ਔਰ ਕਮਰ ਕਸਾ ਕਰਕੇ ਜੰਗ ਲਈ ਤਿਆਰ ਹੋਇਆ ਜਰਾਸੰਧ। ਗਰਜਿਓ ਭੈਰਵ ਸ਼ਬਦ ਉਦਾਰ। ਔਰ ਬੜੀ ਭਿਆਨਕ ਆਵਾਜ਼ ਦੇ 'ਚ ਗਰਜਿਆ, ਬੱਬਰ ਸ਼ੇਰ ਦੀ ਤਰ੍ਹਾਂ ਜਿਵੇਂ ਬੱਦਲ ਗਰਜਦੇ ਨੇ ਇੱਦਾਂ ਗਰਜਿਆ ਹੈ। ਭੀਮ ਸੈਨ ਇਤ ਭਇਓ ਸੁਚੇਤ। ਇਧਰ ਮਹਾਂਬਲੀ ਭੀਮ ਸੈਨ ਵੀ ਯੁੱਧ ਦੇ ਲਈ ਤਿਆਰ ਬਰ ਤਿਆਰ ਹੋ ਗਿਆ। ਠੋਕੇ ਭੁਜਾ ਦੰਡ ਰਣ ਹੇਤ। ਆਪਣੇ ਡੋਲਿਆਂ ਤੇ ਹੱਥ ਮਾਰਿਆ ਭੀਮ ਚੰਦ ਨੇ, ਭੀਮ ਸੈਨ ਨੇ,
ਔਰ ਪੱਟਾਂ ਤੇ ਥਾਪੀ ਮਾਰੀ ਅਤੇ ਸਰੀਰ ਨੂੰ ਕਾਇਮ ਕੀਤਾ ਹੈ। ਕ੍ਰੋਧ ਭਰੇ ਦੋਨੋਂ ਬਲਵਾਨ। ਦੋਵੇਂ ਸੂਰਮੇ ਕ੍ਰੋਧ ਵਿੱਚ ਭਰ ਕੇ ਜਿਵੇਂ ਬੜੇ ਭਾਰੀ ਸਾਹਨ ਭਿੜਦੇ ਹਨ ਜਾਂ ਹਾਥੀ ਆਪਸ ਵਿੱਚ ਭਿੜਦੇ ਹਨ, ਇਸ ਤਰ੍ਹਾਂ ਇਹ ਦੋਵੇਂ ਮਹਾਂਬਲੀ ਯੋਧੇ ਇੱਕ ਦੂਜੇ ਦੇ ਸਾਹਮਣੇ ਆ ਗਏ। ਧਿਰੇ ਪਰਸਪਰ ਮਹਾਂ ਭਿਆਨ। ਬੜੀ ਭਿਆਨਕ ਇਹਨਾਂ ਦੀ ਲੜਾਈ ਸ਼ੁਰੂ ਹੋ ਗਈ ਹੈ। ਬਹੁਤ ਵੱਡਾ ਭੇੜਾ ਪਿਆ ਹੈ। ਪ੍ਰਥਮ ਪ੍ਰਹਾਰ ਮੁਸ਼ਟ ਕੇ ਕਰੇ। ਪਹਿਲਾਂ ਮੁੱਕਿਆਂ ਦੇ ਵਾਰ ਕਰਦੇ ਨੇ, ਇੱਕ ਦੂਜੇ ਨੂੰ ਮੁੱਕੇ ਮਾਰਦੇ ਨੇ। ਉਠਿਓ ਸ਼ਬਦ ਜਿਮ ਲੋਹਾ ਘਰੇ। ਇਹਨਾਂ ਦਾ ਮੁੱਕਾ ਜਦੋਂ ਇੱਕ ਦੂਜੇ ਦੇ ਸਰੀਰ ਤੇ ਵੱਜਦਾ ਹੈ, ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਜਿਵੇਂ ਲੋਹੇ ਤੇ ਥੋੜੇ ਪੈਂਦੇ ਹੋਣ, ਜਿਵੇਂ ਲੋਹਾ ਘੜਿਆ ਜਾ ਰਿਹਾ ਹੋਵੇ ਲੋਹਾਰ ਦੀ ਦੁਕਾਨ ਉੱਤੇ। ਮਨੋ ਬ੍ਰਿਖਬ ਅਤ ਬਲੀ ਫਿਰੇ ਹੈ। ਏਦਾਂ ਲੱਗਦਾ ਜਿਵੇਂ ਦੋ ਸਾਹਨ ਬੜੇ ਭਾਰੀ ਸਿੰਘਾਂ ਵਾਲੇ ਆਪਸ 'ਚ ਭਿੜ ਪਏ ਹਨ। ਜਿਮ ਕੁੰਚਰ ਕਰ ਕੋਪ ਲਰੇ ਹੈ। ਏਦਾਂ ਲੱਗਦਾ ਜਿਵੇਂ ਦੋ ਹਾਥੀ ਗੁੱਸੇ 'ਚ ਆ ਕੇ ਇੱਕ ਦੂਜੀ ਨੂੰ ਟੱਕਰਾਂ ਮਾਰਦੇ ਹੋਣ। ਲਪਟ ਗਏ ਅੰਗਨ ਸੋ ਅੰਗ। ਇੱਕ ਦੂਜੀ ਨੂੰ ਜੱਫੇ ਪੈ ਗਏ ਹਨ, ਇੱਕ ਦੂਜੇ ਦੇ ਅੰਗਾਂ ਨਾਲ ਲਿਪਟ ਗਏ ਹਨ, ਜਿਵੇਂ ਪਹਿਲਵਾਨ ਇੱਕ ਦੂਜੇ ਨੂੰ ਦਾ ਪੇਚ ਮਾਰਦੇ ਹਨ। ਮੱਲ ਯੁੱਧ ਸ਼ੁਰੂ ਹੋ ਗਿਆ ਹੈ। ਪਾਏ ਅਰੋਪੈ ਬਲ ਕੇ ਸੰਗ। ਔਰ ਬੜੇ ਬਲ ਦੇ ਨਾਲ ਧਰਤੀ ਦੇ ਪੈਰ ਅੜਾ ਕੇ ਲੜਦੇ ਹਨ। ਜਦੋਂ ਧਰਤੀ ਤੇ ਪੈਰ ਅੜਾਉਂਦੇ, ਧਰਤੀ 'ਚ ਖੱਡੇ ਪਾ ਦਿੰਦੇ ਹਨ। ਐਡੇ ਸੂਰਮੇ ਹਨ। ਕਬੈ ਭੀਮ ਕੋ ਭੂਪ ਥਕਾਵੈ। ਕਦੀ ਰਾਜਾ ਜਰਾਸੰਧ ਭੀਮ ਨੂੰ ਪਿੱਛੇ ਧੱਕ ਕੇ ਲੈ ਜਾਂਦਾ ਹੈ, ਕਬੈ ਭੂਪ ਕੋ ਭੀਮ ਲਿਜਾਵੈ। ਤੇ ਕਦੀ ਭੀਮ ਜਰਾਸੰਧ ਨੂੰ ਧੱਕ ਕੇ ਪਿਛਾਂ ਲੈ ਜਾਂਦਾ ਹੈ। ਕਬਹੂ ਸੀਸ ਸੀਸ ਪਰ ਮਾਰੈ। ਕਦੀ ਇੱਕ ਦੂਜੀ ਦੇ ਸਿਰ ਤੇ ਟੱਕਰ ਮਾਰਦੇ ਨੇ, ਮੱਥੇ ਦੇ ਵਿੱਚ ਸਿਰ ਮਾਰਦੇ ਨੇ। ਘੋਰ ਨਾਦ ਕੋ ਦਉ ਉਚਾਰੈ। ਜਦੋਂ ਮੱਥੇ ਨੂੰ ਮੱਥਾ ਮਾਰਦੇ ਨੇ, ਟੱਕਰ ਮਾਰਦੇ ਨੇ, ਇਦਾਂ ਵੱਜਦਾ ਜਿਵੇਂ ਘੜਿਆਲ ਦੇ ਉੱਤੇ ਥੋੜਾ ਵੱਜਦਾ ਹੈ। ਸੁਨ ਕਰ ਲੋਗ ਨਗਰ ਕੇ ਸਾਰੇ। ਕਹਿੰਦੇ ਜਰਨ ਪਟਨਾ ਸਾਹਿਬ ਦੇ ਲੋਕ ਜਿਹੜੇ ਹਨ, ਸ਼ਹਿਰ ਦੇ ਇਲਾਕੇ ਦੇ ਮਗਧ ਦੇਸ਼ ਦੇ, ਉਹ ਦੇਖਣ ਆਏ ਹਨ ਦੋਵਾਂ ਦਾ ਯੁੱਧ। ਚਿੰਤਾ ਤੁਰ ਤਰਾਸਤ ਉਰ ਭਾਰੇ। ਬੜੇ ਚਿੰਤਾ ਤੁਰ ਹਨ ਵੀ ਪਤਾ ਨਹੀਂ ਹੁਣ ਕੀ ਬਣੇਗਾ, ਕੀ ਨਤੀਜਾ ਇਸ ਲੜਾਈ ਦਾ ਨਿਕਲੇਗਾ। ਸੁਪਟ ਪੁਰਖ ਬਾਲਕ ਅਰ ਜਵਾਨ। ਸ਼ਹਿਰ ਦੇ ਲੋਕ, ਬੁੱਢੇ, ਬੱਚੇ, ਜਵਾਨ ਤੇ ਉਹ ਸ਼ਹਿਰ ਦੀ ਰਾਜੇ ਦੀਆਂ ਫੌਜਾਂ। ਬਿਰਧ ਨਰ ਆਏ ਨਾਰਦ ਸਥਾਨ। ਇਸਤਰੀ ਪੁਰਸ਼ ਬਜ਼ੁਰਗ ਸਿਆਣੇ ਸਭ ਆ ਗਏ ਯੁੱਧ ਵੇਖਣ ਵਾਸਤੇ, ਦੋਵਾਂ ਦਾ ਮੱਲ ਯੁੱਧ ਦੇਖਣ ਲਈ। ਅੰਦਰ ਮੰਦਰ ਪਰ ਚੜ ਕਰਕੇ। ਕਹਿੰਦੇ ਲੋਕ ਕੋਠਿਆਂ ਤੇ ਚੜ ਕੇ ਵੇਖਦੇ ਹਨ। ਚਿੰਤਾ ਤੁਰ ਭੈ ਤਰੈ ਨਿਹਰ ਕੈ। ਪਟਨੇ ਦੀਆਂ ਅਟਾਰੀਆਂ ਤੇ ਖੜ ਕੇ ਚਿੰਤਾ ਤੁਰ ਹੋਏ ਵੇਖਦੇ ਹਨ ਰਾਜਾ ਜਰਾਸੰਧ ਦਾ ਯੁੱਧ। ਮਹਾ ਭੀੜ ਚਾਰੋਂ ਦਿਸ ਮਾਹੇ। ਚਾਰੇ ਪਾਸੇ ਬੜੀ ਭਿਆਨਕ ਭੀੜ, ਯੁੱਧ ਦੀ ਲੜਾਈ ਦੀ ਆਵਾਜ਼ ਆ ਰਹੀ ਹੈ ਤੇ ਬੜੀ ਭਾਰੀ ਭੀੜ ਹੈ ਲੋਕਾਂ ਦੀ। ਵੇਖੈ ਸੰਗਰ ਕਿਤ ਕੋ ਮਾਹੇ। ਇਸ ਯੁੱਧ ਨੂੰ ਲੋਕ ਬੜੇ ਉਤਸ਼ਾਹ ਨਾਲ ਵੇਖਦੇ ਹਨ। ਨਿਕਟ ਭੀੜ ਬਹੁ ਪਹੁੰਚੀ ਦੇਖ। ਵੇਖਣ ਵਾਲਿਆਂ ਦੀ ਭੀੜ ਆਲੇ ਦੁਆਲੇ ਇਕੱਠੀ ਹੋ ਗਈ ਹੈ, ਜਿਵੇਂ ਪਹਿਲਵਾਨਾਂ ਦੇ ਅਖਾੜੇ ਵਿੱਚ ਲੋਕ ਵੇਖਣ ਆਉਂਦੇ ਹਨ। ਤਜ ਰਣ ਕੀਨੇ ਦੂਰ ਅਸ਼ੇਖ। ਕਹਿੰਦੇ ਫਿਰ ਸਾਰਿਆਂ ਨੂੰ ਆਖਿਆ ਵੀ ਪਿੱਛੇ ਹਟ ਜਾਓ, ਕੋਈ ਥੱਲੇ ਨਾ ਆ ਜਾਵੇ। ਐਡੇ ਸੂਰਮੇ ਸਨ ਵੀ ਜੇ 2-4 ਬੰਦੇ ਉਹਨਾਂ ਦੇ ਥੱਲੇ ਆ ਜਾਣ ਤਾਂ ਪੀਸੇ ਹੀ ਜਾਣ। ਭੀਮ ਵੀ ਬੜਾ ਮਹਾਂਬਲੀ ਸੀ, 10,000 ਹਾਥੀਆਂ ਦਾ ਬਲ ਦੱਸਦੇ ਨੇ ਉਹਦੇ ਵਿੱਚ। ਸੋ ਇਸ ਤਰ੍ਹਾਂ ਜਰਾਸੰਧ ਵੀ ਕੋਈ ਘੱਟ ਨਹੀਂ ਸੀ। ਇੰਦ ਬਿਰਤਰਾਸੁਰ ਜਨ ਦੁਆ ਲਰੇ। ਜਿਵੇਂ ਇੰਦਰ ਤੇ ਬਿਰਤਰਾਸੁਰ ਰਾਜੇ ਦਾ ਯੁੱਧ ਹੋਇਆ ਸੀ, ਦੋਨੋਂ ਮਹਿਦ ਵੀਰ ਬਲ ਕਰੇ। ਏਦਾਂ ਜਰਾਸੰਧ ਤੇ ਭੀਮ ਦੋਵੇਂ ਸੂਰਮੇ ਬਲ ਨਾਲ ਲੜ ਰਹੇ ਨੇ। ਜਨ ਕੇ ਹਰ ਕਰ ਕੋਪ ਵਿਸਾਲਾ। ਕਵੀ ਜੀ ਕਹਿੰਦੇ ਇੰਜ ਲੱਗਦਾ ਜਿਵੇਂ ਦੋ ਬੱਬਰ ਸ਼ੇਰ ਗੁੱਸੇ 'ਚ ਆ ਕੇ ਆਪਸ 'ਚ ਭਿੜ ਪਏ ਹੋਣ। ਧਰੈ ਪਰਸ ਪਰ ਯੁੱਧ ਕਰਾਲਾ। ਪਰ ਭਿਆਨਕ ਯੁੱਧ ਹੋ ਰਿਹਾ ਹੈ। ਇਸ ਪ੍ਰਕਾਰ ਜੂਝੈ ਬਰਿਆਰ। ਏਦਾਂ ਬੜੇ ਬਲੀ ਸੂਰਮੇ ਆਪਸ 'ਚ ਜੂਝ ਰਹੇ ਹਨ, ਜਰਾਸੰਧ ਤੇ ਭੀਮਸੈਨ। ਬੀਤੇ ਦਿਨ ਲੜਤੇ 10-4। ਕਹਿੰਦੇ ਲੜਦਿਆਂ 14 ਦਿਨ ਬੀਤ ਗਏ। 14 ਦਿਨ ਭੀਮ ਦਾ ਤੇ ਜਰਾਸੰਧ ਦਾ ਮੁਕਾਬਲਾ ਲਗਾਤਾਰ ਹੁੰਦਾ ਰਿਹਾ। ਦੇਖਤ ਸ੍ਰੀ ਪ੍ਰਭ ਤਿਨ ਕੀ ਓਰਾ। ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕੋਲ ਖੜੇ ਇਹਨਾਂ ਦੋਵਾਂ ਸੂਰਮਿਆਂ ਦਾ ਯੁੱਧ ਦੇਖਦੇ ਰਹੇ ਹਨ। ਜਰਾਸੰਧ ਕੋ ਪਿਖ ਬਲ ਥੋਰਾ। ਕਹਿੰਦੇ ਜਰਾਸੰਧ ਦਾ ਬਲ ਜਦੋਂ ਘਟ ਗਿਆ, ਭਾਵ ਉਹਦਾ ਜ਼ੋਰ ਲੱਗ ਗਿਆ, ਨਿਕਟ ਭੀਮ ਕੇ ਸੈਨ 부ਝਾਈ। ਤਾਂ ਸ੍ਰੀ ਕ੍ਰਿਸ਼ਨ ਜੀ ਨੇ ਰਾਜੇ ਭੀਮਸੈਨ ਨੂੰ, ਪਾਂਡਵ ਨੂੰ ਇਸ ਤਰ੍ਹਾਂ ਇਸ਼ਾਰਾ ਕੀਤਾ, ਇਸ਼ਾਰੇ ਨਾਲ ਸੈਨਤ ਨਾਲ ਸਮਝਾਇਆ ਭਇਓ ਸ਼ਰਮ ਤੇਰੇ ਪਤੇ ਹੋ ਬਿਨਸਾਈ। ਵੀ ਹੁਣ ਜਰਾਸੰਧ ਥੱਕ ਗਿਆ ਹੈ, ਇਹਦਾ ਜ਼ੋਰ ਲੱਗ ਗਿਆ ਹੈ। 14 ਦਿਨ ਹੋ ਗਏ ਲੜਦਿਆਂ ਨੂੰ, ਪਸੀਨੋ ਪਸੀਨੀ ਹੋਇਆ, ਸਾਹ ਸਾਹੀ ਹੋਇਆ ਪਿਆ ਹੈ।
ਭੀਮ ਵੀ ਬਹੁਤ ਥੱਕ ਗਿਆ ਸੀ ਭਾਵੇਂ, ਪਰ ਜਰਾਸੰਧ ਦਾ ਜ਼ੋਰ ਜ਼ਿਆਦਾ ਲੱਗਾ ਦੇਖਿਆ ਤੇ ਇਸ਼ਾਰਾ ਕੀਤਾ ਭੀਮਸੈਨ ਨੂੰ ਵੀ ਹੁਣ ਮੌਕਾ ਹੈ, ਇਸ ਨੂੰ ਫਤਿਹ ਕਰ ਦੇ, ਮਾਰ ਦੇ ਇਸ ਨੂੰ। ਦੇਰ ਨ ਕਰੋ ਮਾਰ ਇਸ ਲਿਹੋ। ਇਸ਼ਾਰੇ ਨਾਲ ਸਮਝਾਇਆ ਵੀ ਹੁਣ ਮੌਕਾ ਹੈ, ਹੁਣ ਦੇਰ ਨਾ ਕਰ, ਇਸ ਨੂੰ ਮਾਰ ਲੈ ਨਿਜ ਪੱਖ ਕੋ ਨਿਰਭੈਤਾ ਦੇਹੋ। ਤੇ ਆਪਣੇ ਪੱਖ ਦੇ ਆਪਣੇ ਸਾਥੀਆਂ ਨੂੰ ਸਾਨੂੰ ਨਿਰਭੈ ਕਰ ਦੇ, ਸਾਡੀ ਚਿੰਤਾ ਦੂਰ ਕਰ ਦੇ। ਜਰਾਸੰਧ ਨੂੰ ਮਾਰ ਕੇ ਮੋਰਚਾ ਫਤਿਹ ਕਰੀਏ ਤੇ ਵਾਪਸ ਚੱਲੀਏ। ਸਮਝ ਭੀਮ ਨੇ ਕਹਿਓ ਬੁਝਾਈ। ਕਹਿੰਦੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਇਸ਼ਾਰਾ ਸਮਝ ਕੇ ਭੀਮ ਨੇ ਆਖਿਆ, ਕਿਵ ਨਿਰਬਲ ਇਸ ਲਖਿਓ ਗੁਸਾਈ। ਇਹ ਮਹਾਰਾਜ ਤੁਸੀਂ ਇਹਨੂੰ ਕਮਜ਼ੋਰ ਕਿਵੇਂ ਜਾਣ ਲਿਆ ਹੈ, ਮੇਰਾ ਤਾਂ ਇਹਨੇ ਜ਼ੋਰ ਲਵਾਇਆ ਪਿਆ ਹੈ, ਅੰਗ ਅੰਗ ਮੇਰੋ ਥਕ ਗਇਓ। ਮੇਰਾ ਅੰਗ ਅੰਗ ਥੱਕਿਆ ਪਿਆ ਹੈ, ਇਹਨੂੰ ਤੁਸੀਂ ਸਮਝਦੇ ਹੋ ਥੱਕ ਗਿਆ, ਇਹਨੇ ਤਾਂ ਮੈਨੂੰ ਥਕਾ ਛੱਡਿਆ ਹੈ। ਆਗੇ ਹੋ ਧੀਰ ਨਾ ਪਾਇਓ। ਮੇਰੇ ਜਿੰਨਾ ਹੌਸਲਾ ਨਹੀਂ ਮੈਂ ਇਹਦੇ ਅੱਗੇ ਜਾ ਕੇ ਇਹਦਾ ਮੁਕਾਬਲਾ ਕਰ ਸਕਾਂ, ਮੈਂ ਤਾਂ ਹੁਣ ਅਣਸਰਦੀ ਨੂੰ ਲੜ ਰਿਹਾ ਹਾਂ ਇਹਦੇ ਨਾਲ। ਪਰਾਕਰਮ ਮੋਹ ਮਹਿ ਰਹਿਓ ਨਾ ਭਾਰੀ। ਮੇਰੇ ਵਿੱਚ ਬਲ ਨਹੀਂ ਰਿਹਾ, ਮੇਰੇ 'ਚ ਤਾਕਤ ਨਹੀਂ ਰਹੀ, ਮੈਂ ਹੁਣ ਥੱਕ ਗਿਆ ਹਾਂ ਬਹੁਤ ਬੁਰੀ ਤਰ੍ਹਾਂ। ਕਰ ਤੋ ਜੁੱਧ ਸ਼ਰਮਤ ਤਨ ਭਾਰੀ। 14 ਦਿਨ ਹੋ ਗਏ ਨੇ ਮੈਨੂੰ ਲੜਦਿਆਂ ਮੈਂ ਥੱਕ ਗਿਆ ਹਾਂ। ਮਹਾਬਲੀ ਇਹ ਅਗਰ ਖਰੋਵਾ। ਇਹ ਮਹਾਰਾਜ ਮੇਰਾ ਇੱਕ ਮਹਾਬਲੀ ਨਾਲ ਦਸਤ ਪੰਜਾ ਪਿਆ ਹੈ, ਇਹ ਮੈਂ ਕਿਸੇ ਮਾੜੇ ਮੋਟੇ ਨਾਲ ਨਹੀਂ ਲੜ ਰਿਹਾ, ਇਹ ਮਗਧ ਨਰੇਸ਼ ਜਰਾਸੰਧ ਨਾਲ ਮੇਰਾ ਯੁੱਧ ਹੋ ਰਿਹਾ ਹੈ। ਤੁਮ ਕੈਸੇ ਇਹ ਨਿਰਬਲ ਜੋਵਾ। ਇਹ ਭਗਵਾਨ ਜੀ ਤੁਸੀਂ ਇਹਨੂੰ ਕਮਜ਼ੋਰ ਕਿਵੇਂ ਸਮਝ ਲਿਆ ਹੈ, ਕਿਵੇਂ ਸਮਝ ਲਿਆ ਵੀ ਇਹ ਥੱਕ ਗਿਆ ਹੈ। ਭੀਮਸੈਨ ਤੇ ਸੁਨਤ ਬਖਾਨਾ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਭੀਮਸੈਨ ਦੀ ਗੱਲ ਸੁਣ ਕੇ ਬੋਲੇ, ਪਵਨ ਪੁੱਤਰ ਤੂੰ ਬਲੀ ਮਹਾਨਾ। ਕਿ ਤੂੰ ਤਾਂ ਪਵਨ ਦਾ ਪੁੱਤਰ ਹੈ, ਪਵਨ ਦੇਵਤਾ ਤੇਰਾ ਪਿਤਾ ਹੈ, ਕੁੰਤੀ ਤੇਰੀ ਮਾਂ ਹੈ, ਤੂੰ ਪਵਨ ਪੁੱਤਰ ਹੋਣ ਕਰਕੇ ਮਹਾਬਲੀ ਹੈ। ਐਸੇ ਤੁਝ ਕੋ ਨਹਿ ਬਨ ਆਏ। ਇਹ ਭੀਮ ਏਦਾਂ ਦੀ ਢਿੱਲੀ ਗੱਲ ਤੈਨੂੰ ਕਰਨੀ ਨਹੀਂ ਚਾਹੀਦੀ, ਤੈਨੂੰ ਸੂਰਮਾ ਹੋ ਕੇ, ਬਹਾਦਰ ਹੋ ਕੇ, ਯੋਧਾ ਹੋ ਕੇ ਏਦਾਂ ਢਹਿੰਦੀ ਕਲਾ ਵਾਲਾ ਬਚਨ ਨਹੀਂ ਕਰਨਾ ਚਾਹੀਦਾ। ਕਰ ਉਤਸ਼ਾਹ ਮਹਾਬਲ ਲਾਈ। ਸੂਰਮਾ ਬਣ, ਬਲੀ ਬਣ, ਯੋਧਿਆਂ ਨੂੰ ਕੰਮ ਪੈਂਦੇ ਆ, ਮਰਦਾਂ ਘੋੜਿਆਂ ਕੰਮ ਪੈਣ ਅਵੱਲੇ। ਮਰਦਾਂ ਨੂੰ ਤੇ ਘੋੜਿਆਂ ਨੂੰ ਬੜੇ ਬੜੇ ਔਖੇ ਪਰਚੇ ਪੈ ਜਾਂਦੇ ਆ। ਅੱਜ ਤੈਨੂੰ ਯੁੱਧ ਦੇ ਮੈਦਾਨ ਵਿੱਚ ਇੱਦਾਂ ਦੀ ਨਿਰਾਸ਼ਤਾ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਬਲ ਲਾ ਕੇ, ਜ਼ੋਰ ਲਾ ਕੇ ਜਰਾਸੰਧ ਨੂੰ ਫਤਿਹ ਕਰ ਦੇ। ਜਰਾਸੰਧ ਕੋ ਜੀਤੈ ਰਣ ਮੈਂ। ਜਰਾਸੰਧ ਨੂੰ ਜਿੱਤਣਾ ਹੀ ਸਾਡਾ ਮਕਸਦ ਹੈ, ਇਸੇ ਵਾਸਤੇ ਅਸੀਂ ਆਏ ਹਾਂ। ਹਿਮ ਨਿਸ਼ਚੈ ਰੱਖੋ ਕਰ ਮਨ ਮੈਂ। ਤੇ ਆਪਣਾ ਉਹ ਇਰਾਦਾ ਪੱਕਾ ਰੱਖ, ਨਿਸ਼ਚਾ ਰੱਖ ਵੀ ਤੂੰ ਇਸ ਨੂੰ ਮਾਰੇਂਗਾ ਹੀ। ਇੱਕ ਤ੍ਰਿਣ ਲੈ ਕਰ ਘਨ ਸ਼ਿਆਮ। ਫਿਰ ਮਹਾਰਾਜ ਕ੍ਰਿਸ਼ਨ ਜੀ ਨੇ ਇੱਕ ਤੀਲਾ, ਇੱਕ ਕੋਈ ਡੱਕਾ ਚੁੱਕਿਆ, ਕਰੈ ਇਸ਼ਾਰਤ ਲੋਚਨ ਬਾਮ। ਤੇ ਉਹ ਡੱਕਾ ਇਸ਼ਾਰੇ ਦੇ ਨਾਲ ਭੀਮ ਨੂੰ ਦਿਖਾਇਆ। ਵਿੱਚ ਤੇ ਚੀਰਿਓ ਸਗਰੋ ਸੋਏ। ਉਹਨੂੰ ਇਸ ਤਰ੍ਹਾਂ ਵਿੱਚੋਂ ਚੀਰ ਕੇ ਦੋ ਫਾੜ ਕਰਕੇ ਸਿੱਟ ਦਿੱਤਾ। ਹਾਂਜੀ, ਕਰ ਦਿਖਰਾਇਓ ਇੱਕ ਤੇ ਦੋਏ। ਉਹਨੂੰ ਇੱਕ ਤੋਂ ਦੋ ਕਰਕੇ ਦਿਖਾ ਦਿੱਤਾ। ਭੀਮਸੈਨ ਇਮਸੈਨ ਬੁਝਾਈ। ਕਹਿੰਦੇ ਭੀਮਸੈਨ ਸਮਝ ਗਿਆ ਵੀ ਕ੍ਰਿਸ਼ਨ ਜੀ ਕਹਿਣਾ ਚਾਹੁੰਦੇ ਆ ਵੀ ਇਹਨੂੰ ਵਿੱਚੋਂ ਚੀਰ ਦੇ, ਇਹਦਾ ਮਾਰਨ ਦਾ ਇਹੀ ਤਰੀਕਾ ਹੈ, ਹੋਰ ਇਹਨੂੰ ਕਿਸੇ ਤਰੀਕੇ ਨਾਲ ਮਾਰਿਆ ਨਹੀਂ ਜਾ ਸਕਦਾ, ਇਹਨੂੰ ਵਿੱਚੋਂ ਚੀਰੇਗਾ ਤਾਂ ਇਹ ਮਰੇਗਾ। ਜਾਣਿਓ ਭੇਦ ਦੇ ਹਰ ਖਾਈ। ਸੋ ਮਾਰਨ ਦਾ ਤਰੀਕਾ ਜਦੋਂ ਭੀਮ ਨੂੰ ਲੱਭ ਗਿਆ ਤੇ ਭੀਮ ਖੁਸ਼ ਹੋਇਆ। ਕਰਿਓ ਦੁਖੰਡ ਜੋਰ ਨੂੰ ਇਹ। ਕਹਿੰਦੇ ਬੜੇ ਜ਼ੋਰ ਦੇ ਨਾਲ, ਕਿਉਂਕਿ ਦੋ ਟੋਟਿਆਂ ਨੂੰ ਜੋੜ ਕੇ ਜਰਾ ਨਾਮ ਦੀ ਰਾਖਸ਼ੀ ਨੇ ਸੰਧੀ ਕਰਕੇ ਇਹਨੂੰ ਜੀਵਨ ਦਿੱਤਾ ਸੀ। ਜਦੋਂ ਇਹਦਾ ਜਨਮ ਹੋਇਆ ਸੀ, ਆਪਾਂ ਪਿੱਛੇ ਕਥਾ ਸੁਣ ਹੀ ਚੁੱਕੇ ਹਾਂ ਵੀ ਕਿਸ ਪ੍ਰਕਾਰ ਦੇ ਨਾਲ ਇਹ ਦੋ ਮਾਵਾਂ ਦੇ ਪੇਟ ਤੋਂ ਅੱਧਾ ਅੱਧਾ ਜੰਮਿਆ ਸੀਗਾ। ਤੇ ਫਿਰ ਜਰਾ ਨਾਮ ਦੀ ਰਾਖਸ਼ੀ ਨੇ ਇਹਨੂੰ ਖਾਣ ਵਾਸਤੇ ਰੂੜੀ ਤੋਂ ਚੁੱਕਿਆ, ਦੋਵੇਂ ਲੋਥੜੇ ਇਕੱਠੇ ਕਰ ਦਿੱਤੇ, ਜੋੜ ਦਿੱਤੇ ਤੇ ਜਿੰਦਾ ਹੋ ਗਿਆ। ਸੋ ਇਸ ਕਰਕੇ ਹੁਣ ਉਹੀ ਸਮਾਂ ਬਣ ਗਿਆ ਤੇ ਮਰਨ ਦਾ ਵੀ ਉਹੀ ਤਰੀਕਾ ਹੈ। ਇਹਨੂੰ ਫਿਰ ਦੋ ਫਾੜ ਕਰਾਂਗੇ ਤਾਂ ਇਹ ਮਰੇਗਾ। ਇਮ ਤੁਮ ਚੀਰ ਦੇਹੋ ਰਿਪ ਦੇਹ। ਮਹਾਰਾਜ ਜੀ ਨੇ, ਕ੍ਰਿਸ਼ਨ ਜੀ ਨੇ ਇਸ਼ਾਰਾ ਕਰਤਾ ਵੀ ਇਹ ਜਿੱਦਾਂ ਜੁੜਿਆ ਸੀ ਉੱਦਾਂ ਹੀ ਫਿਰ ਇਹਨੂੰ ਦੋ ਟੋਟਿਆਂ 'ਚ ਕਰਾਂਗੇ ਤਾਂ ਇਹ ਮਰੇਗਾ। ਤੇ ਜਿਵੇਂ ਡੱਕਾ ਚੀਰਿਆ ਹੈ ਅਸੀਂ, ਤੂੰ ਇਹਨੂੰ ਇੱਦਾਂ ਚੀਰ ਦੇ, ਇਸ਼ਾਰੇ ਨਾਲ ਸਮਝਾ ਦਿੱਤਾ। ਤਬ ਸ੍ਰੀ ਕ੍ਰਿਸ਼ਨ ਪੀਠ ਤੇ ਸਥਾਪੀ। ਤੇ ਕ੍ਰਿਸ਼ਨ ਜੀ ਨੇ ਭੀਮ ਦੀ ਪਿੱਠ ਤੇ ਥਾਪੀ ਦੇ ਦਿੱਤੀ, ਜਿਵੇਂ ਬਾਣੀ ਚਾਹੁੰਦਾ ਗੁਰ ਥਾਪੀ ਦਿੱਤੀ ਕੰਡ ਜੀਓ।
ਜਦੋਂ ਪਰਮੇਸ਼ਰ ਕਿਸੇ ਨੂੰ ਥਾਪੀ ਦੇ ਦਿੰਦਾ, ਬਲ ਦੇ ਦਿੰਦਾ, ਸ਼ਕਤੀ ਦੇ ਦਿੰਦਾ, ਫਿਰ ਉਹ ਬੰਦਾ ਥੱਕਦਾ ਹਾਰਦਾ ਨਹੀਂ ਹੈ। ਦੀਨਸ ਬਲ ਵਿਸਾਲ ਕੋ ਆਪੀ। ਆਪਣੀ ਸ਼ਕਤੀ, ਆਪਣਾ ਬਲ ਮਹਾਰਾਜ ਕ੍ਰਿਸ਼ਨ ਜੀ ਨੇ ਭੀਮ ਨੂੰ ਬਖਸ਼ ਦਿੱਤਾ। ਸ਼ਾਮ ਸਭ ਦੂਰ ਕਰਿਓ ਤਿਸ ਤਨ ਤੇ। ਕਹਿੰਦੇ ਸਾਰੀ ਥਕਾਵਟ ਭੀਮ ਦੀ ਲਾਹ ਦਿੱਤੀ। ਜਦੋਂ ਥਾਪੀ ਦਿੱਤੀ ਨਾ ਪਿੱਠ ਦੇ ਉੱਤੇ, ਕਹਿੰਦੇ ਭੀਮ ਦਾ ਸਾਰਾ ਜਿਹੜਾ ਥਕਾਵਟ ਸੀਗੀ, ਥਕੇਵਾਂ ਸੀ, ਦੂਰ ਹੋ ਗਿਆ। ਮਾਰਨ ਛਤਰ ਚਾਹਿਓ ਮਨ ਤੇ। ਕਹਿੰਦੇ ਭੀਮ ਨੇ ਹੁਣ ਜਰਾਸੰਧ ਨੂੰ ਮਾਰਨ ਦਾ ਇਰਾਦਾ ਪੱਕਾ ਕਰ ਲਿਆ। ਗਇਓ ਭੀਮ ਭਾਖਰੋ ਅਗਾਰੀ। ਤੇ ਭੀਮ ਦੌੜ ਕੇ ਗਿਆ ਤੇ ਜਾ ਕੇ ਖਾੜੇ ਵਿੱਚ ਜਰਾਸੰਧ ਦੇ ਸਾਹਮਣੇ ਖਲੋ ਗਿਆ। ਜਰਾਸੰਧ ਆਵਾ ਬਲ ਭਾਰੀ। ਉਦੋਂ ਜਰਾਸੰਧ ਵੀ ਬੜੇ ਜ਼ੋਰ ਦੇ ਨਾਲ ਭਿੜਨ ਵਾਸਤੇ ਆਇਆ। ਫਿਰੈ ਬਹੁਤ ਬਿਦ ਮੁਸ਼ਟਨ ਹਤੈ। ਇੱਕ ਦੂਜੀ ਨੂੰ ਮੁੱਕੇ ਮਾਰਦੇ ਨੇ, ਲੱਤਾਂ ਮਾਰਦੇ ਨੇ ਤੇ ਠਾ ਠਾ ਦੀ ਆਵਾਜ਼ ਆਉਂਦੀ ਹੈ। ਗਹਿ ਅੰਗ ਢਿਗ ਰਿਸ ਕਰ ਚਿਤੈ। ਇੱਕ ਦੂਜੀ ਨੂੰ ਜੱਫੀ ਪਾ ਕੇ ਥੱਲੇ ਢਾ ਲੈਂਦੇ ਆ, ਕਦੀ ਭੀਮ ਉੱਤੇ, ਕਦੀ ਜਰਾਸੰਧ ਉੱਤੇ ਹੋ ਜਾਂਦਾ ਹੈ। ਪਾਏ ਘਾਤ ਲਰਤੇ ਬੜ ਜੋਦੇ। ਔਰ ਤਾਂ ਇੱਕ ਦੂਜੀ ਨੂੰ ਦਾ ਲਾ ਕੇ ਮਾਰਨਾ ਚਾਹੁੰਦੇ ਆ, ਢਾਣਾ ਚਾਹੁੰਦੇ ਆ। ਕਰੈ ਪ੍ਰਹਾਰਨ ਦੋਹ ਤਨ ਕ੍ਰੋਧੇ। ਦੋਵੇਂ ਬੜੇ ਕ੍ਰੋਧ ਦੇ ਨਾਲ ਵਾਰ ਕਰਦੇ ਇੱਕ ਦੂਜੀ ਉੱਤੇ। ਭੀਮ ਸਿਮਰ ਬਲ ਸ੍ਰੀ ਪ੍ਰਭ ਕੇਰਾ। ਤੇ ਭੀਮ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਥਾਪੀ ਨੂੰ ਚੇਤੇ ਕੀਤਾ, ਜਿਹੜਾ ਭਗਵਾਨ ਜੀ ਨੇ ਬਲ ਦਿੱਤਾ ਸੀ ਉਹਨੂੰ ਸੰਭਾਲਿਆ। ਉਦ ਤੇ ਗਹਿਓ ਭੂਪ ਤਿਸ ਬੇਰਾ। ਤੇ ਰਾਜੇ ਨੂੰ ਬਾਂਹ ਤੋਂ ਫੜ ਕੇ ਉਹਦੀ ਕਲਾਈ ਤੋਂ ਬਲ ਕਰ ਸਿਰ ਪਰ ਫੇਰਿਓ ਐਸਾ। ਕਹਿੰਦੇ ਬਲ ਦੇ ਨਾਲ ਉਹਦੀ ਬਾਂਹ ਘੁਮਾ ਕੇ ਸਿਰ ਦੇ ਉੱਤੋਂ ਦੀ ਇਸ ਤਰ੍ਹਾਂ ਘੁਮਾਈ, ਚੱਕਰ ਕੁਲਾਲ ਭਰਮਾਵਹਿ ਜੈਸਾ। ਜਿਵੇਂ ਘੁਮਿਆਰ ਘੜਾ ਬਣਾਉਣ ਲੱਗਿਆ ਡੰਡੇ ਦੇ ਨਾਲ ਏਦਾਂ ਚੱਕਰ ਨੂੰ ਘੁਮਾਉਂਦਾ ਹੈ ਨਾ, ਏਦਾਂ ਬਾਂਹ ਦੇ ਮੋੜੀ ਦੇ ਕੇ ਘੁਮਾ ਦਿੱਤਾ। ਸਕਲ ਨਗਰ ਕੇ ਦੇਖਤ ਤੂਰਨ। ਕਹਿੰਦੇ ਪਟਨੇ ਸ਼ਹਿਰ ਦੇ ਹਜ਼ਾਰਾਂ ਲੱਖਾਂ ਲੋਕ ਵੇਖ ਰਹੇ ਸਨ। ਪਟਕਿਓ ਅਵਨੀ ਪਰ ਹਿਤ ਚੂਰਨ। ਤੇ ਮਾਰਨ ਵਾਸਤੇ ਜਰਾਸੰਧ ਨੂੰ ਧਰਤੀ ਤੇ ਪਟਕਾਰ ਕੇ ਸੁੱਟਿਆ। ਇੱਕ ਪਗ ਪਗ ਤੇ ਕੇ ਤਰੇ ਦਬਾਇਓ। ਤੇ ਥੱਲੇ ਸੁੱਟਦਿਆਂ ਸਾਰ ਇੱਕ ਪੈਰ ਜਰਾਸੰਧ ਦਾ ਆਪਣੇ ਪੈਰ ਨਾਲ ਦਬਾ ਲਿਆ। ਦੁਤੀਏ ਗਹਿਓ ਕਰ ਸਾਥ ਉਚਾਇਓ। ਤੇ ਦੂਜੀ ਲੱਤ ਨੂੰ, ਦੂਜੀ ਟੰਗ ਨੂੰ ਆਪਣੇ ਦੋਵਾਂ ਹੱਥਾਂ ਨਾਲ ਫੜ ਲਿਆ। ਬਲ ਕਰ ਚੀਰਿਓ ਦੇਹ ਸੁਹਾਨਾ। ਤੇ ਆਪਣੇ ਬਲ ਦੇ ਨਾਲ ਜਰਾਸੰਧ ਨੂੰ ਚੀਰ ਸੁੱਟਿਆ। ਉਠਿਓ ਸ਼ਬਦ ਤਬ ਘੋਰ ਮਹਾਨਾ। ਤੇ ਬੜੀ ਭਿਆਨਕ ਚੀਕ ਨਿਕਲੀ ਜਰਾਸੰਧ ਦੀ, ਬੜਾ ਭਿਆਨਕ ਆਵਾਜ਼ ਆਈ ਹੈ ਜਦੋਂ ਵਿੱਚੋਂ ਦੀ ਚੀਰ ਦਿੱਤਾ ਹੈ। ਕਰ ਦੁਖੰਡ ਧਰਨਾ ਮਹਿੰਡਾਰਿਓ। ਤੇ ਦੋ ਟੋਟੇ ਕਰਕੇ ਧਰਤੀ ਤੇ ਸੁੱਟ ਦਿੱਤਾ। ਹਿਮ ਸ਼੍ਰੀ ਕ੍ਰਿਸ਼ਨ ਸਤਰ ਸੰਘਾਰਿਓ। ਤੇ ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੇ ਸ਼ਤਰੂ ਨੂੰ ਮਾਰਿਆ ਸੀ। ਜਰਾਸੰਧ ਕੋ ਸੁਤ ਸਹਦੇਵ। ਕਹਿੰਦੇ ਜਿਹੜਾ ਜਰਾਸੰਧ ਦਾ ਪੁੱਤਰ ਸਹਿਦੇਵ ਸੀ, ਕਰਿਓ ਤਰਾਸ ਤਜ ਹੈ ਅਹਮੇਵ। ਉਹਨੇ ਆਪਣੇ ਪਿਤਾ ਦੀ ਮੌਤ ਵੇਖੀ, ਉਹ ਡਰ ਗਿਆ, ਉਹਨੇ ਆਪਣਾ ਹੰਕਾਰ ਜਿੱਦ ਛੱਡ ਦਿੱਤੀ। ਸੋ ਇਸ ਪ੍ਰਕਾਰ ਦੇ ਨਾਲ ਜਰਾਸੰਧ ਨੂੰ ਮਾਰ ਕੇ ਉਹਦੇ ਪੁੱਤਰ ਨੂੰ ਵੀ ਭੈ ਭੀਤ ਕਰ ਦਿੱਤਾ। ਨਿਜ ਪਿਤ ਕੇ ਸਭ ਸੱਚ ਬੁਲਾਏ। ਸਹਿਦੇਵ ਨੇ ਆਪਣੇ ਪਿਤਾ ਦੇ ਸਮੇਂ ਦੇ ਪੁਰਾਣੇ ਮੰਤਰੀ ਵਜ਼ੀਰ ਸਾਰੇ ਸਭਾ ਵਿੱਚ ਸੱਦੇ। ਬਨੈ ਮਿਲਨ ਹਰ ਮਤੋ ਮਤਾਈ। ਉਹਨਾਂ ਦੇ ਨਾਲ ਵਿਚਾਰ ਕੀਤੀ ਸਹਿਦੇਵ ਨੇ ਵੀ ਮੇਰੇ ਪਿਤਾ ਨੂੰ ਮਾਰ ਦਿੱਤਾ ਕ੍ਰਿਸ਼ਨ ਜੀ ਨੇ, ਭੀਮ ਨੇ, ਤੇ ਹੁਣ ਇਹਨਾਂ ਦੇ ਮੁਕਾਬਲੇ ਦਾ ਸੂਰਮਾ ਸਾਡੇ ਕੋਲ ਕੋਈ ਹੈ ਨਹੀਂ। ਕਹਿੰਦੇ ਆ ਜੇ ਦੁਸ਼ਮਣ ਬਲੀ ਹੋਵੇ ਤੇ ਉਹਦੇ ਨਾਲ ਸੰਧੀ ਕਰ ਲੈਣੀ ਚਾਹੀਦੀ ਹੈ। ਸੋ ਸਲਾਹ ਕੀਤੀ ਵੀ ਆਪਾਂ ਇਹਨਾਂ ਦੇ ਨਾਲ ਹੁਣ ਸੰਧੀ ਕਰ ਲਈਏ। ਜਿਨੋ ਅਗਾਰੀ ਭੂਪਤ ਹਾਰਾ। ਕਹਿੰਦੇ ਜਿਨ੍ਹਾਂ ਦੇ ਸਾਹਮਣੇ ਰਾਜਾ ਹਾਰ ਗਿਆ ਹੈ, ਜਰਾਸੰਧ ਨਹੀਂ ਠਹਿਰ ਸਕਿਆ, ਅਸੀਂ ਪੱਕੀ ਵਿਚਾਰੇ ਹਾਂ। ਮੈਂ ਤਿਸ ਕੋ ਸੁਤ ਕਹਾਂ ਵਿਚਾਰਾ। ਮੈਂ ਉਹਦਾ ਪੁੱਤਰ ਹਾਂ, ਪਰ ਮੈਂ ਉਹਦੇ ਜਿੰਨਾ ਬਲੀ ਨਹੀਂ, ਆਪਣੇ ਪਿਤਾ ਜਿੰਨਾ ਸੂਰਮਾ ਨਹੀਂ ਆ। ਰਤਨ ਅਨੇਕ ਉਪਾਇ ਨ ਲੀਨੇ। ਇਸ ਕਰਕੇ ਹੁਣ ਮੈਂ ਭਗਵਾਨ ਕ੍ਰਿਸ਼ਨ ਦੀ ਸ਼ਰਨ ਹੀ ਲਵਾਂਗਾ। ਉਹਨੇ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਸ਼ਾਮ ਦਾਮ ਦੰਡ ਭੇਦ ਹੁੰਦੇ ਨੇ ਜਿਹੜੇ ਰਾਜਨੀਤੀ ਦੇ 4 ਅੰਗ। ਕਹਿੰਦੇ ਕ੍ਰਿਸ਼ਨ ਜੀ ਦੀ ਸ਼ਰਨ ਜਾਣ ਵਾਸਤੇ ਬੜੇ ਬੜੇ ਹੀਰੇ ਮੋਤੀ ਥਾਲ ਵਿੱਚ ਪਾ ਲਏ। ਮਿਲਿਓ ਆਨ ਪਦ ਬੰਧਨ ਕੀਨੇ। ਬੜੇ ਕੀਮਤੀ ਰਤਨ ਜਵਾਹਰਾਤ, ਹੀਰੇ ਮੋਤੀ, ਸੋਨਾ ਚਾਂਦੀ ਲੈ ਕੇ ਸਹਿਦੇਵ ਸ੍ਰੀ ਕ੍ਰਿਸ਼ਨ ਜੀ ਦੇ ਸ਼ਰਨੀ ਪੈ ਗਿਆ। ਪ੍ਰਭੂ ਅਭੈਤਾ ਤਿਸ ਕੋ ਦੀਨਸ। ਭਗਵਾਨ ਕ੍ਰਿਸ਼ਨ ਜੀ ਨੇ ਸਹਿਦੇਵ ਨੂੰ ਦਿਲਾਸਾ ਦਿੱਤਾ ਵੀ ਪੁੱਤਰ ਅਸੀਂ ਤੇਰੇ ਦੁਸ਼ਮਣ ਨਹੀਂ ਹਾਂ। ਤੇਰੇ ਪਿਤਾ ਦੇ ਹੰਕਾਰ ਨੇ ਉਸ ਨੂੰ ਮਰਵਾਇਆ ਹੈ।
ਅਸੀਂ ਤੇਰੇ ਵਾਸਤੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਖੜੀ ਨਹੀਂ ਕਰਾਂਗੇ। ਜੇ ਤੂੰ ਸਾਡੇ ਨਾਲ ਮਿਲ ਕੇ ਚੱਲੇਗਾ, ਜਿਵੇਂ ਤੁਸੀਂ ਅੱਗੇ ਰਾਜ ਕਰਦੇ ਆਏ ਹੋ, ਪੁਸਤੈਨੀ ਤੁਹਾਡਾ ਰਾਜ ਕਾਇਮ ਰਹੇਗਾ। ਰਾਜ ਸਿੰਘਾਸਨ ਪਰ ਸਥਿਤ ਕੀਨਸ। ਕ੍ਰਿਸ਼ਨ ਜੀ ਨੇ ਜਰਾਸੰਧ ਦੇ ਪੁੱਤਰ ਸਹਿਦੇਵ ਨੂੰ ਹੀ ਰਾਜ ਗੱਦੀ ਤੇ ਬਿਠਾ ਦਿੱਤਾ ਤੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਆਸ਼ਵਾਸਨ ਵੀ ਬਖਸ਼ਿਆ। ਕਹਿਓ ਬਰਖ ਪੂਰਨ ਤੇ ਆਵਹੋ। ਕਹਿਣ ਲੱਗੇ, ਕ੍ਰਿਸ਼ਨ ਜੀ ਕਹਿੰਦੇ, ਦੇਖ ਪੁੱਤਰ ਸਹਿਦੇਵ, ਹੁਣ ਤੂੰ ਰਾਜਾ ਬਣ ਗਿਆ ਇਸ ਦੇਸ਼ ਦਾ। ਜਦੋਂ ਸਾਲ ਪਿੱਛੋਂ ਸਮਾਂ ਬਣੇਗਾ, ਉਦੋਂ ਮਹਾਰਾਜ ਯੁਧਿਸ਼ਟਰ ਕੋਲ ਆ ਜਾਵੀਂ ਹਸਤਨਾਪੁਰ। ਧਰਮਰਾਜ ਪਗ ਸੀਸ ਟਿਕਾਵੋ। ਔਰ ਮਹਾਰਾਜਾ ਯੁਧਿਸ਼ਟਰ ਦੇ ਚਰਨਾਂ ਤੇ ਸਿਰ ਝੁਕਾ ਦੇਵੀਂ। ਰਾਜ ਸੂਏ ਮਖ ਚਾਹਤ ਕਰਿਓ। ਕਿਉਂਕਿ ਮਹਾਰਾਜ ਯੁਧਿਸ਼ਟਰ ਹਸਤਨਾਪੁਰ ਨਰੇਸ਼ ਹਨ। ਹੁਣ ਇਸ ਵੇਲੇ ਉਹ ਰਾਜਸੂ ਜਗ ਕਰਨਾ ਚਾਹੁੰਦੇ ਹਨ। ਰਾਜ ਧਰਮ ਕੋ ਦ੍ਰਿੜ ਕਰ ਧਰਿਓ। ਉਹਨਾਂ ਨੇ ਆਪਣੇ ਰਾਜ ਧਰਮ ਨੂੰ ਧਾਰਨ ਕੀਤਾ ਹੈ। ਸ੍ਰੀ ਪ੍ਰਭ ਆਇਸ ਜਥਾ ਤੁਮਾਰੀ। ਸਹਿਦੇਵ ਕਹਿਣ ਲੱਗਾ, ਹੇ ਭਗਵਾਨ ਜੀ, ਹੇ ਵਾਸੁਦੇਵ ਜੀ, ਹੇ ਕ੍ਰਿਸ਼ਨ ਜੀ ਮਹਾਰਾਜ, ਜੋ ਤੁਹਾਡੀ ਆਗਿਆ ਹੈ ਉਹ ਮੈਂ ਸਿਰ ਮੱਥੇ ਤੇ ਮੰਨਾਂਗਾ। ਹਮ ਅਬ ਵਰਤੈ ਤਿਸ ਅਨੁਸਾਰੀ। ਅਸੀਂ ਸਾਰੇ ਮਗਧ ਦੇ ਲੋਕ, ਮੇਰਾ ਸਾਰਾ ਮੰਤਰੀ ਮੰਡਲ ਤੁਹਾਡੀ ਆਗਿਆ ਵਿੱਚ ਵਰਤੇਗਾ। ਰਾਜ ਦੇਸ਼ ਧਨ ਧਾਮ ਤੁਮਾਰਾ। ਹੇ ਮਹਾਰਾਜ, ਸਾਡਾ ਕੁਛ ਵੀ ਨਹੀਂ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਹੇ ਮਹਾਰਾਜ, ਇਹ ਰਾਜ ਵੀ, ਇਹ ਦੇਸ਼ ਵੀ, ਇਹ ਪਟਨਾ ਦੀ ਧਰਤੀ, ਇਹ ਸਭ ਤੁਹਾਡਾ ਹੈ। ਦਇਓ ਕਰਿਓ ਹਮ ਅੰਗੀਕਾਰਾ। ਤੁਸੀਂ ਸਾਨੂੰ ਰਾਜ ਦਿੱਤਾ, ਅਸੀਂ ਤੁਹਾਡਾ ਦਿੱਤਾ ਰਾਜ ਕਰਾਂਗੇ। ਵਾਸੁਦੇਵ ਕਹਿ ਭੂਪ ਛੁਡਾਈ। ਮਹਾਰਾਜ ਕ੍ਰਿਸ਼ਨ ਜੀ ਕਹਿਣ ਲੱਗੇ, ਸਹਿਦੇਵ, ਜੋ ਤੇਰੇ ਪਿਤਾ ਨੇ 20,800 ਰਾਜੇ ਜੇਲ੍ਹ 'ਚ ਸੁੱਟੇ ਹੋਏ ਨੇ, ਉਹਨਾਂ ਨੂੰ ਰਿਹਾ ਕਰ। ਅਸੀਂ ਤੇਰੇ ਪਿਤਾ ਨੂੰ ਵੀ ਕਿਹਾ ਸੀ ਵੀ ਜੇ ਤੂੰ ਇਹ ਰਾਜੇ ਕੈਦ ਵਿੱਚੋਂ ਛੱਡ ਦੇਵੇਂਗਾ, ਅਸੀਂ ਤੇਰੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਦ ਵਿਰੋਧ ਨਹੀਂ ਕਰਾਂਗੇ। ਪਰ ਤੇਰਾ ਪਿਤਾ ਨਹੀਂ ਮੰਨਿਆ ਸੀ, ਇਸ ਕਰਕੇ ਉਹ ਮਾਰਿਆ ਗਿਆ ਹੈ। ਤੂੰ ਹੁਣ ਸਾਡਾ ਬਚਨ ਮੰਨ ਕੇ ਉਹਨਾਂ ਰਾਜਿਆਂ ਨੂੰ ਰਿਹਾ ਕਰ ਦੇ। ਕਾਰਾਗ੍ਰਹਿ ਮਹਿ ਜੇ ਸਮੁਦਾਇ। ਜਿਹੜੇ ਜੇਲ੍ਹ 'ਚ ਸੁੱਟੇ ਸਨ ਜਰਾਸੰਧ ਨੇ, ਸਾਰੇ ਛੁਡਾ ਲਏ। ਲੈ ਕਰ ਸੰਗ ਭੀਮ ਭਟ ਅਰਜਨ। ਕਹਿੰਦੇ ਭੀਮ ਤੇ ਅਰਜਨ ਨੂੰ ਨਾਲ ਲੈ ਕੇ ਆਏ ਪਹੁੰਚਤ ਭੇ ਪੁਰੇ ਹਸਤਨ। ਤੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਹਸਤਨਾਪੁਰ ਵਾਪਸ ਆ ਗਏ। ਸ੍ਰੀ ਗੁਰੂ ਤੇਗ ਬਹਾਦਰ ਤੀਰ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਕਥਾ ਮਾਮਾ ਕਿਰਪਾਲ ਚੰਦ ਜੀ ਅਤੇ ਹੋਰ ਪ੍ਰੇਮੀ ਸਿੱਖਾਂ ਨੂੰ ਸ੍ਰੀ ਪਟਨਾ ਸਾਹਿਬ ਤਖਤ ਵਾਲੀ ਥਾਂ ਤੇ ਬਹਿ ਕੇ ਸੁਣਾਈ ਹੈ। ਕਹੀ ਕਥਾ ਸਭ ਸਿੱਖਿਅਨ ਤੀਰ। ਇਹ ਸਿੱਖਾਂ ਨੂੰ ਸਾਰੀ ਕਥਾ ਤਾਂ ਸੁਣਾਈ ਹੈ ਵੀ ਪਿਛਲੇ ਇਤਿਹਾਸ ਦਾ ਵੀ ਪਤਾ ਲੱਗੇ ਵੀ ਪਟਨਾ ਮਗਧ ਰਾਜ ਦਾ ਜੋ ਵੱਡਾ ਕੇਂਦਰ ਸੀ ਔਰ ਮਗਧ ਨਰੇਸ਼ ਜਰਾਸੰਧ ਇੱਥੋਂ ਦਾ ਰਾਜਾ ਸੀ, ਜਿਹਦੇ ਬਰਾਬਰ ਹਿੰਦੁਸਤਾਨ ਵਿੱਚ ਉਸ ਵੇਲੇ ਕੋਈ ਸੂਰਮਾ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜਰਾਸੰਧ ਦਾ ਨਾਮ ਆਉਂਦਾ ਹੈ। ਜਰਾਸੰਧ ਕਾਲ ਜਮਨ ਬਿਦਾਰੇ। ਇੱਦਾਂ ਜਰਾਸੰਧ ਦਾ ਕਈ ਜਗ੍ਹਾ 'ਤੇ ਦਸਮ ਦੇ ਵਿੱਚ ਤਾਂ ਬਹੁਤ ਲੰਮੀ ਕਥਾ ਹੁੰਦੀ ਹੈ ਕ੍ਰਿਸ਼ਨ ਅਵਤਾਰ ਵਿੱਚ। ਸੋ ਸਾਧ ਸੰਗਤ ਜੀ, ਇਹ ਸਾਰੇ ਪ੍ਰਸੰਗ ਜੇ ਸਾਨੂੰ ਪਤਾ ਹੋਣ ਤਾਂ ਗੁਰਬਾਣੀ ਦੇ ਅਰਥ ਸੋਹਣੇ ਤਰੀਕੇ ਨਾਲ ਹੋ ਸਕਦੇ ਹਨ। ਅੱਜ ਕੱਲ੍ਹ ਕਈ ਲੋਕ ਕਹਿੰਦੇ ਜੀ ਇਹ ਕਹਾਣੀਆਂ ਪੁਰਾਣਕ ਸਾਖੀਆਂ ਕੀ ਲੋੜ ਹੈ ਸੁਣਾਉਣ ਦੀ, ਪਰ ਜੇ ਨਾ ਸੁਣਾਈਏ ਤੇ ਫਿਰ ਤੁਹਾਨੂੰ ਗੁਰਬਾਣੀ ਦੇ ਜੋ ਵੀ ਗੁੱਝੇ ਅਰਥ ਨੇ ਉਹ ਸਮਝ ਨਹੀਂ ਆ ਸਕਦੇ। ਮਹਾਰਾਜ ਨੇ ਆਪ ਬਾਣੀ 'ਚ ਸਾਖੀਆਂ ਸੁਣਾਈਆਂ ਨੇ ਇਹਨਾਂ ਦੀਆਂ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਏਕ ਬਾਰ, ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਪ੍ਰਭ ਨਿਸੰਗ। ਦੇਖੋ ਸਾਖੀ ਦਾ ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਸੁਣ ਕੇ ਪ੍ਰੇਮ ਜਾਗਦਾ ਹੈ। ਸੁਣ ਸਾਖੀ ਮਨ ਜਪ ਪਿਆਰ। ਇਹ ਮੇਰੇ ਮਨ ਸਾਖੀ ਸੁਣ ਸੰਤਾਂ ਮਹਾਂਪੁਰਸ਼ਾਂ ਦੀ, ਅਵਤਾਰਾਂ ਦੀ, ਗੁਰੂਆਂ ਦੀ, ਯੋਧਿਆਂ ਦੀ, ਤੇ ਮਨ ਕਰ ਪਿਆਰ ਨਾਲ ਆਖ ਸਤਨਾਮ ਸ੍ਰੀ ਵਾਹਿਗੁਰੂ।
ਏਦਾਂ ਮਹਾਰਾਜ ਸਾਹਿਬ ਜੀ ਨੇ ਇਤਿਹਾਸ ਸਾਖੀ ਸਾਰੀ ਸੁਣਾਈ ਹੈ ਸਿੱਖਾਂ ਨੂੰ। ਇਨ ਦੇਸ਼ਨ ਸਭ ਕੋ ਸਹਿਦੇਵ। ਫਿਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਇਹਨਾਂ ਸਾਰੇ ਇਲਾਕਿਆਂ ਦਾ ਰਾਜਾ ਕ੍ਰਿਸ਼ਨ ਜੀ ਮਹਾਰਾਜ ਨੇ ਸਹਿਦੇਵ ਨੂੰ ਬਣਾ ਦਿੱਤਾ ਸੀ। ਰਾਜ ਕਰਨ ਲਾਗਿਓ ਨਰਦੇਵ। ਉਹ ਰਾਜ ਕਰਨ ਲੱਗ ਪਿਆ ਆਪਣੇ ਪਿਤਾ ਦੀ ਥਾਂ ਤੇ, ਆਪਣੇ ਦਾਦੇ ਦੀ ਥਾਂ ਤੇ। ਪੰਜ ਦਸਮ ਸੰਮਤ ਪੁਨ ਜੀਵਿਓ। ਕਹਿੰਦੇ ਉਹ ਪੁੱਲ 5 ਦਸਮ ਸੰਮਤ ਪੁਨ ਜੀਵਿਓ। ਉਹ ਕਹਿੰਦੇ ਹਨ ਵੀ 15 ਸਾਲ ਰਾਜ ਕੀਤਾ ਹੈ। ਜਬ ਵਿਰੋਧ ਕੈਰਵ ਮਹਿ ਥੀਵਿਓ। ਜਦੋਂ ਕੌਰਵਾਂ ਵਿੱਚ ਵਿਰੋਧ ਹੋਇਆ ਹੈ ਭਇਓ ਸੰਗਰਾਮ ਮਹਾ ਕੁਰਛੇਤ। ਤੇ ਕੁਰਸ਼ੇਤਰ 'ਚ ਯੁੱਧ ਹੋਇਆ ਹੈ। ਭੂਮੀ ਭਾਰ ਉਤਾਰਨ ਹੇਤ। ਕਹਿੰਦੇ ਭੂਮੀ ਦਾ ਭਾਰ ਦੂਰ ਕਰਨ ਵਾਸਤੇ ਕੁਰਸ਼ੇਤਰ 18 ਯੁੱਧ ਮਹਾਭਾਰਤ 18 ਦਿਨ ਮਹਾਭਾਰਤ ਦਾ ਯੁੱਧ ਚੱਲਿਆ ਹੈ। ਸਭ ਦੇਸ਼ਨ ਕੇ ਨਿਰਪਤ ਬਡੇਰੇ। ਉਸ ਮਹਾਭਾਰਤ ਦੇ ਯੁੱਧ ਵਿੱਚ ਉਸ ਵੇਲੇ ਸਾਰੇ ਦੇਸ਼ਾਂ ਦੇ ਰਾਜੇ ਮਹਾਰਾਜੇ ਸ਼ਾਮਲ ਹੋਏ ਹਨ। ਇਕੱਠੇ ਭਏ ਕਾਲ ਕੇ ਪ੍ਰੇਰੇ। ਕਾਲ ਦੇ ਪ੍ਰੇਰੇ ਹੋਏ ਸਾਰੀ ਧਰਤੀ ਦੇ ਰਾਜੇ, ਜਿਵੇਂ ਅੱਜ ਕੱਲ੍ਹ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਤੇ ਹੁਣ ਥਰਡ ਵਰਲਡ ਵਾਰ ਦੀ ਗੱਲਾਂ ਚੱਲਣ ਲੱਗ ਪਈਆਂ ਨੇ। ਉਦੋਂ ਵੀ ਸਾਧ ਸੰਗਤ ਦੀ ਵਰਲਡ ਵਾਰ ਹੀ ਲੱਗੀ ਸੀ। ਕੁਝ ਰਾਜੇ ਕੌਰਵਾਂ ਵੱਲ ਹੋ ਗਏ, ਕੁਝ ਪਾਂਡਵਾਂ ਵੱਲ ਹੋ ਗਏ ਤੇ ਕਾਲ ਨੇ ਐਸੀ ਪ੍ਰੇਰਣਾ ਦਿੱਤੀ ਸਾਰੇ ਹੀ ਮਰਨ ਵਾਸਤੇ ਆ ਗਏ। ਇਹ ਲੜਾਈ ਕੁਰਸ਼ੇਤਰ ਦੇ ਮੈਦਾਨ ਵਿੱਚ ਹੋਈ ਸੀ। 18 ਖੂਣੀਆਂ ਫੌਜ ਇੱਥੇ ਗਰਕ ਹੋ ਗਈ ਸੀ। ਮਹਾਬਲੀ ਬੜ ਸ਼ਕਤ ਧਰੰਤੇ। ਔਰ ਬੜੇ ਬੜੇ ਬਲੀ ਯੋਧੇ, ਅਰਜਨ ਵਰਗੇ, ਭੀਮ ਵਰਗੇ, ਕਰਨ ਵਰਗੇ, ਭੀਸ਼ਮ ਪਿਤਾਮਾ ਵਰਗੇ, ਦ੍ਰੁਪਦ ਵਰਗੇ, ਧ੍ਰਿਤਰਾਸ਼ਟਰ, ਦ੍ਰੋਣਾਚਾਰਿਆ ਵਰਗੇ, ਇਸ ਤਰ੍ਹਾਂ ਹੋਰ ਵੀ ਬੜੇ ਸੂਰਮੇ ਜੰਗ ਵਿੱਚ ਲੜ ਕੇ ਮਰੇ ਸਨ। ਸ਼ਾਸਤਰ ਅਸਤਰ ਵਿਦਿਆ ਗੁਣਵੰਤੇ। ਜਿਹੜੇ ਸ਼ਸਤਰ ਅਸਤਰ ਦੀ ਵਿਦਿਆ 'ਚ ਬੜੇ ਹੀ ਗੁਣੀ ਸਨ। ਪਾਂਡਵ ਧਰਮ ਯੁਧਿਸ਼ਟਰ ਰਾਜਾ। ਪਾਂਡਵਾਂ ਦਾ ਰਾਜਾ ਯੁਧਿਸ਼ਟਰ ਸੀ। ਕੈਰਵ ਵਿਖਿਆ ਦੁਰਯੋਧਨ ਸਾਜਾ। ਤੇ ਕੈਰਵਾਂ ਦਾ ਦੁਰਯੋਧਨ ਸੀ। ਇੱਕ ਪਾਸੇ ਯੁਧਿਸ਼ਟਰ ਦੀ ਫੌਜ ਸੀ ਪਾਂਡਵਾਂ ਦੀ, ਦੂਜੇ ਪਾਸੇ ਕੌਰਵਾਂ ਦੀ ਦੁਰਯੋਧਨ ਦੀ ਫੌਜ ਸੀ। ਬੜੀ ਸਪਰਦਾ ਦੁਹ ਦਿਸ ਮਾਹੀ। 11 ਖੂਣੀਆਂ ਫੌਜ ਕੌਰਵਾਂ ਦੀ ਸੀ ਤੇ 7 ਖੂਣੀਆਂ ਫੌਜ ਜਿਹੜੀ ਹੈ ਉਹ ਪਾਂਡਵਾਂ ਦੀ ਸੀ। ਦੋਵਾਂ ਪਾਸਿਆਂ 'ਚੋਂ ਬੜੀ ਸਪਰਧਾ ਵੱਧ ਗਈ, ਈਰਖਾ ਵੱਧ ਗਈ। ਕਰ ਹੰਕਾਰ ਤਜੈ ਹਠ ਨਾਹੀ। ਦੋਵੇਂ ਪਾਰਟੀਆਂ, ਦੋਵੇਂ ਪੱਖ ਹੰਕਾਰ ਵਿੱਚ ਆ ਕੇ ਲੜੇ ਸਨ। ਆਪਣੀ ਆਪਣੀ ਜਿੱਦ ਤੇ ਖੜੇ ਰਹੇ, ਛੱਡਿਆ ਨਹੀਂ। ਕੌਰਵ ਕਹਿੰਦੇ ਅਸੀਂ ਤੁਹਾਨੂੰ 5 ਪਿੰਡ ਵੀ ਨਹੀਂ ਦੇਣੇ। ਕ੍ਰਿਸ਼ਨ ਜੀ ਕਹਿੰਦੇ 5 ਪਿੰਡ ਹੀ ਦੇ ਦਿਓ ਤਾਂ ਵੀ ਸੁਲ੍ਹਾ ਹੋ ਸਕਦੀ ਹੈ। ਕੌਰਵ ਕਹਿੰਦੇ ਇੱਕ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਮੈਂ ਦੇ ਸਕਦੇ ਤੁਹਾਨੂੰ, ਇਹ ਦੁਰਯੋਧਨ ਨੇ ਕਿਹਾ ਸੀ। ਇਸ ਕਰਕੇ ਫਿਰ ਪਾਂਡਵਾਂ ਨਾਲ ਯੁੱਧ ਹੋਇਆ ਸੀ। ਦੇਸ਼ ਦੇਸ਼ ਕੇ ਨਿਰਪਤ ਹਕਾਰੀ। ਦੇਸ਼ ਦੇਸ਼ ਦੇ ਰਾਜੇ ਸੱਦੇ ਸਨ ਆਪਣੀ ਆਪਣੀ ਮਦਦ ਵਾਸਤੇ ਦੋਵਾਂ ਧਿਰਾਂ ਨੇ। ਚੱਲ ਆਏ ਦੋਨੋਂ ਦਿਸ ਸਾਰੇ। ਕੁਝ ਰਾਜੇ ਦੁਰਯੋਧਨ ਵੱਲ ਤੇ ਕੁਝ ਕੌਰਵਾਂ ਪਾਂਡਵਾਂ ਵੱਲ ਆਏ ਸਨ। ਰਥ ਹਾਥੀ ਹੈ ਜੋਧਾ ਬ੍ਰਿੰਦ। ਹਾਥੀਆਂ ਦੀ ਸੈਨਾ, ਘੋੜਿਆਂ ਦੀ ਸੈਨਾ, ਰੱਥਾਂ ਦੀ ਸੈਨਾ, ਪੈਦਲ ਸੈਨਾ ਆਈ ਸੀ। ਸਿਮਟ ਪ੍ਰਿਥੀ ਤੇ ਮਿਲੇ ਨਰਿੰਦ। ਸਾਰੀ ਧਰਤੀ ਦੇ ਰਾਜੇ ਸਿਮਟ ਕੇ ਇੱਕ ਥਾਂ ਕੁਰਸ਼ੇਤਰ ਦੇ ਮੈਦਾਨ 'ਚ ਇਕੱਠੇ ਹੋ ਗਏ। ਜਰਾਸੰਧ ਕੋ ਸੁਤ ਇਸ ਦੇਸ਼। ਜਰਾਸੰਧ ਦਾ ਜਿਹੜਾ ਪੁੱਤਰ ਸੀ ਸਹਿਦੇਵ, ਉਹ ਮਗਧ ਦੇਸ਼ ਪਟਨੇ 'ਚ ਰਾਜ ਕਰਦਾ ਸੀ। ਇਹ ਭੀ ਲੈ ਕਰ ਚਮੂ ਅਸ਼ੇਸ਼। ਸਹਿਦੇਵ ਵੀ ਆਪਣੀ ਫੌਜ ਲੈ ਕੇ ਪਟਨੇ ਤੋਂ ਤੁਰਿਆ। ਛੋਹਨ ਭਈ ਅਸ਼ਟ ਦਸ ਅਨੀ। ਕਹਿੰਦੇ ਕੁੱਲ 18 ਖੂਣੀਆਂ ਫੌਜ ਇਕੱਠੀ ਹੋਈ ਸੀ, ਜਿਨ੍ਹਾਂ 'ਚ 7 ਖੂਣੀਆਂ ਤਾਂ ਪਾਂਡਵਾਂ ਦੀ ਸੀ ਤੇ 11 ਖੂਣੀ ਕੌਰਵਾਂ ਦੀ ਸੀ। ਸ਼੍ਰੀ ਜੂਤ ਬਲ ਜੁਤ ਲੋਹੇ ਸਨੀ। ਕਹਿੰਦੇ ਜਥਿਆਂ ਦੇ ਜਥੇ ਸਨ, ਲੋਹੇ ਦੇ ਨਾਲ ਮੜੇ ਹੋਏ, ਲੋਹੇ ਦੇ ਟੋਪ, ਢਾਲਾਂ, ਤੇਗਾਂ, ਬਰਛੇ ਫੜੇ ਹੋਏ। ਸਾਰੇ ਸਰੀਰ ਤੇ ਚੰਗੇ ਚੰਗੇ ਸ਼ਸਤਰ ਪਹਿਨੇ ਹੋਏ, ਘੋੜਿਆਂ ਤੇ ਸਵਾਰ ਹੋ ਕੇ, ਹਾਥੀਆਂ ਤੇ, ਊਂਠਾਂ ਤੇ, ਰੱਥਾਂ ਦੇ ਯੋਧੇ ਮੈਦਾਨ ਵਿੱਚ ਗੱਜੇ ਸਨ। ਕਿਰਿਆ ਕਾਲ ਕੀ ਐਸੀ ਭਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਿੱਖੋ ਇਹੋ ਜੀ ਕਾਲ ਕਿਰਿਆ ਪੈ ਗਈ, ਇਸ ਵਿੱਚ ਸਮਾਂ ਬਣ ਗਿਆ ਇਦਾਂ ਦਾ। ਲੜਤ ਪਰਸ ਪਰ ਸਭ ਮਰ ਗਈ। ਕਹਿੰਦੇ ਫੌਜ ਲੜਦੀ ਲੜਦੀ ਸਾਰੀ ਗਰਕ ਹੋ ਗਈ, ਸਾਰੀ ਫੌਜ ਮਾਰੀ ਗਈ। ਤਹਾਂ ਮਰਿਓ ਸਹਿਦੇਵ ਸੋ ਜਾਏ। ਸਹਿਦੇਵ ਜੋ ਜਰਾਸੰਧ ਦਾ ਪੁੱਤਰ ਸੀ ਸਹਿਦੇਵ, ਉਹ ਵੀ ਮਹਾਭਾਰਤ ਦੇ ਯੁੱਧ ਕੁਰਸ਼ੇਤਰ ਵਿਖੇ ਹੀ ਜਾ ਸ਼ਹੀਦ ਹੋਇਆ। ਇਸੀ ਦੇਸ਼ ਕੋ
ਭੂਪ ਕਹਾਏ। ਉਹ ਇਸ ਦੇਸ਼ ਦਾ ਰਾਜਾ ਕਹਾਂਦਾ ਸੀ ਆਪਣੇ ਪਿਓ ਜਰਾਸੰਧ ਦੀ ਥਾਂ ਉੱਤੇ। ਅਪਰ ਕਹਾਂ ਲਗ ਗਿਣਤੀ ਕਰੀਐ। ਹੋਰ ਕਿੱਥੋਂ ਦਾ ਗਿਣਤੀ ਕਰੀਏ। ਅਨਕ ਨਿਰਪਤ ਪੇ ਕੌਣ ਉਚਰੀਐ। ਕਈ ਰਾਜੇ ਮਹਾਰਾਜੇ ਹੋਏ ਹਨ, ਕਿਹੜੇ ਕਿਹੜਿਆਂ ਦੀ ਗਿਣਤੀ ਕਰੀਏ। ਪਟਨੇ ਵਿੱਚ ਬੜੇ ਬੜੇ ਰਾਜੇ ਹੋ ਚੁੱਕੇ ਹਨ। ਜਰਾਸੰਧ ਜੋ ਮੁਖ ਪਇਓ ਹੈ। ਜਰਾਸੰਧ ਇਥੋਂ ਦਾ ਮੁਖੀ ਰਾਜਾ ਹੋਇਆ ਹੈ। ਨਿਕਟ ਕਾਲ ਮਹਿ ਕਾਹਿਸ ਦਇਓ ਹੈ। ਕਹਿੰਦੇ ਆਪਣੇ ਸਮੇਂ ਵਿੱਚ ਉਹਦੇ ਨਾਲ ਦਾ ਕੋਈ ਸੂਰਮਾ ਨਹੀਂ ਸੀ। ਸ੍ਰੀ ਗੁਜਰੀ ਕੋ ਭਰਾਤ ਕਿਰਪਾਲ। ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਦੇ ਭਰਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਵਿਸਾਖੀ ਸੁਣਾ ਰਹੇ ਹੈ। ਇੱਥੇ ਨੰਦ ਵੰਸ਼ ਦਾ ਨਾਈ ਰਾਜਾ ਵੀ ਹੋਇਆ ਹੈ। ਉਹ ਸਾਰਿਆਂ ਦੇ ਕੇਸ ਮੁੰਨ ਦਿੰਦਾ ਸੀ, ਉਸਤਰਾ ਹੱਥ ਵਿੱਚ ਰੱਖਦਾ ਸੀ ਤੇ ਨਾਈ ਸੀ ਨਾ, ਇਸ ਕਰਕੇ ਉਹਨੇ ਬਾਹਮਣਾਂ ਦੇ ਵੀ ਕੇਸ ਮੁੰਨ ਦਿੱਤੇ ਵੀ ਜੇ ਬਾਹਮਣ ਕੇਸਾਧਾਰੀ ਹੋਣਗੇ, ਇਹਨਾਂ ਦੇ ਮੰਤਰਾਂ 'ਚ ਸ਼ਕਤੀ ਹੋਵੇਗੀ, ਇਹ ਛਤਰੀਆਂ ਨੂੰ ਰਾਜ ਲੈ ਕੇ ਦੇਣਗੇ, ਮੇਰੇ ਕੋਲੋਂ ਰਾਜ ਖੋਹ ਲੈਣਗੇ। ਉਹਨੇ ਬਾਹਮਣਾਂ ਦੀ ਸ਼ਕਤੀ ਘਟਾਉਣ ਲਈ ਉਹਦੇ ਕੇਸ ਮੁੰਨ ਦਿੱਤੇ ਸਨ। ਫਿਰ ਚਣਾਕਿਆ ਨਾਮ ਦੇ ਬਾਹਮਣ ਨੇ ਬਦਲਾ ਲੈਣ ਵਾਸਤੇ ਆਪਣੇ ਕੇਸ ਖੋਲ੍ਹ ਲਏ ਸਨ। ਕਹਿਣ ਲੱਗਾ ਮੈਂ ਕੇਸਾਂ ਦਾ ਜੂੜਾ ਉਦੋਂ ਕਰਾਂਗਾ ਜਦੋਂ ਨੰਦ ਦਾ ਰਾਜ ਬਰਬਾਦ ਕਰ ਦਿਆਂਗਾ, ਤਹਿਸ਼ ਨਹਿਸ਼ ਕਰ ਦਿਆਂਗਾ। ਔਰ ਉਸਨੇ ਇੱਕ ਚੰਦਰਗੁਪਤ ਨਾਮ ਦੇ ਬੱਚੇ ਨੂੰ ਪੜ੍ਹਾ ਲਿਖਾ ਕੇ ਉਹਦੀ ਪ੍ਰਤਿਭਾ ਵੇਖ ਕੇ ਉਸ ਨੂੰ ਉਸ ਦੇਸ਼ ਦਾ ਵਾਰਸ ਬਣਾਉਣ ਵਾਸਤੇ ਯਤਨ ਕੀਤੇ। ਬੜੇ ਲੰਮੇ ਚੌੜੇ ਸੰਘਰਸ਼ ਤੋਂ ਬਾਅਦ ਨੰਦ ਨੂੰ ਮਾਰ ਕੇ ਚੰਦਰਗੁਪਤ ਮੌਰਿਆ ਦਾ ਰਾਜ ਕਾਇਮ ਕੀਤਾ। ਉਸੇ ਦਾ ਪੁੱਤਰ ਮਹਾਰਾਜਾ ਅਸ਼ੋਕ ਸੀਗਾ, ਜਿਸ ਨੇ ਸਾਧ ਸੰਗਤ ਜੀ ਬੁੱਧ ਧਰਮ ਅਖਤਿਆਰ ਕਰ ਲਿਆ ਸੀ। ਬੜੀਆਂ ਲੰਮੀਆਂ ਕਹਾਣੀਆਂ ਹਨ, ਬੜਾ ਲੰਮਾ ਇਤਿਹਾਸ ਹੈ, ਸਦੀਆਂ ਬੀਤ ਗਈਆਂ, ਯੁੱਗ ਬੀਤ ਗਏ ਹਨ। ਇਤਿਹਾਦਕ ਸਿੱਖ ਅਪਰ ਵਿਸਾਲ। ਇਸ ਤਰ੍ਹਾਂ ਬੜੇ ਬੜੇ ਬਚਨ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਾਂ ਨੂੰ ਸੁਣਾਏ ਹਨ। ਸੁਨ ਪ੍ਰਸੰਗ ਕੋ ਔਰ ਹਰਿ ਖਾਏ। ਸਿੱਖ ਸੁਣ ਕੇ ਬੜੇ ਖੁਸ਼ ਹੋਏ ਹਨ, ਪ੍ਰਸੰਨ ਹੋਏ ਹਨ ਗੁਰੂ ਸਾਹਿਬ ਦੇ ਬਚਨ। ਰਹਿਣ ਲੱਗੇ ਗੁਰ ਸਹਿਜ ਸੁਭਾਏ। ਤੇ ਸਤਿਗੁਰੂ ਜੀ ਪਟਨੇ ਸਾਹਿਬ ਸਹਿਜ ਸੁਭਾ ਰਹਿਣ ਲੱਗੇ ਹਨ। ਪਟਨਾ ਨਗਰ ਜੋ ਵਸੈ ਬਿਲੰਦ। ਜੋ ਪਟਨਾ ਸ਼ਹਿਰ ਬਹੁਤ ਵੱਡਾ ਸ਼ਹਿਰ ਵਸਦਾ ਹੈ। ਵਣਜ ਕਰੈ ਧਨਵਾਨ ਅਮੰਦ। ਬੜੇ ਧਨਵਾਨ ਅਮੀਰ ਲੋਕ ਉੱਥੇ ਰਹਿੰਦੇ, ਵਣਜ ਵਪਾਰ ਕਰਦੇ ਹਨ। ਗੁਰ ਕੇ ਸਿੱਖ ਆਨ ਕਰ ਹੋਏ। ਤੇ ਉਹ ਸਾਰੇ ਆ ਕੇ ਹੌਲੇ ਹੌਲੇ ਗੁਰੂ ਕੇ ਸਿੱਖ ਬਣਦੇ ਜਾਂਦੇ। ਗੁਰੂ ਸਾਹਿਬ ਤੋਂ ਗੁਰਮੰਤਰ ਲੈ ਕੇ ਗੁਰਬਾਣੀ ਪੜ੍ਹਦੇ ਆ, ਨਾਮ ਜਪਦੇ ਆ। ਅਬ ਮਤ ਕੋ ਪ੍ਰਾਪਤ ਨਰ ਸੋਏ। ਔਰ ਗੁਰੂ ਮਹਾਰਾਜ ਦੀ ਸੰਗਤ ਕਰਕੇ ਉਹਨਾਂ ਨੂੰ ਸ੍ਰੇਸ਼ਟ ਮਤੀ ਦੀ ਪ੍ਰਾਪਤੀ ਹੋ ਰਹੀ ਹੈ, ਗੁਰਮਤਿ ਆ ਰਹੀ ਹੈ, ਮਨਮਤ ਦੇ ਤਿਆਗੀ ਹੋ ਰਹੇ ਹਨ। ਦਰਸ਼ਨ ਕਰੈ ਉਪਾਇਨ ਅਰਪੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਨ ਤੇ ਮਹਾਰਾਜ ਦੇ ਚਰਨਾਂ 'ਚ ਭੇਟਾ ਅਰਪਣ ਕਰਦੇ ਹਨ। ਬਲ ਕੋ ਲੇਹ ਸਰਾਪ ਤੇ ਡਰ ਪੈ। ਮਹਾਰਾਜ ਕੋਲੋਂ ਵਰ ਲੈਂਦੇ ਹਨ ਤੇ ਸਰਾਪਾਂ ਤੋਂ ਡਰਦੇ ਨੇ, ਗੁਰੂ ਸਾਹਿਬ ਕੋਈ ਸਰਾਪ ਨਾ ਦੇ ਦੇਣ। ਕਹਿ ਕੋ ਪ੍ਰਾਪਤ ਹੋਏ ਸਤਨਾਮ। ਜਿਹੜੇ ਜਿਹੜੇ ਗੁਰੂ ਦਰ ਤੇ ਆਉਂਦੇ ਨੇ, ਕਿਸੇ ਨੂੰ ਸਤਨਾਮ ਸ੍ਰੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕੋ ਜਾਜਤ ਪ੍ਰੈ ਪੁੱਤਰਨ ਧਾਮ। ਕੋਈ ਘਰ 'ਚ ਦੁੱਧ ਪੁੱਤ ਮੰਗਦੇ ਹਨ। ਅਨ ਅਰੋਗ ਕੋ ਚਾਹਤ ਕੋਈ। ਕੋਈ ਕਹਿੰਦਾ ਮੇਰਾ ਸਰੀਰ ਰਾਜੀ ਹੋ ਜਾਵੇ, ਬਿਮਾਰੀ ਕੱਟੀ ਜਾਵੇ ਘਰ ਵਿੱਚੋਂ, ਸਰੀਰ ਵਿੱਚੋਂ। ਚੇਤਕ ਲక్ష్ਮੀ ਕੋ ਬਰ ਲਈ। ਕਈ ਕਹਿੰਦੇ ਮਹਾਰਾਜ ਘਰ ਮਾਇਆ ਕੋਈ ਨਹੀਂ, ਮਾਇਆ ਦੇ ਗੱਫੇ ਦਿਓ, ਰੋਟੀ ਪੱਕਦੀ ਹੋ ਜਾਵੇ, ਕਾਰੋਬਾਰ ਬਿਜ਼ਨਸ ਚੱਲ ਪੈਣ। ਕੋ ਜਾਚੈ ਗੁਰ ਤੇ ਚਿਤ ਲਾਈ। ਗੁਰੂ ਮਹਾਰਾਜ ਤੋਂ ਜੋ ਜੋ ਵੀ ਕੋਈ ਮੰਗਦਾ ਹੈ, ਜੋ ਵੀ ਇੱਛਾ ਕਰਦਾ ਹੈ, ਅੰਤ ਕਾਲ ਮੈਂ ਹੋਏ ਸਹਾਈ। ਮਹਾਰਾਜ ਪੂਰੀ ਕਰਦੇ। ਕਹਿੰਦੇ ਮਹਾਰਾਜ ਸਾਡੀ ਅੰਤ ਕਾਲ ਸਹਾਇਤਾ ਕਰਿਆ ਜੇ। ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਆਪ ਹੀ ਸਹਾਈ ਹੋਵੇਗਾ। ਕੋ ਦਸਵੰਧ ਕੋ ਦੇ ਕਮਾਈ। ਕੋਈ ਆਪਣੀ ਕਮਾਈ ਦਾ ਦਸਵੰਧ ਦਿੰਦੇ ਹਨ ਆ ਕੇ। ਬਨੈ ਪਦਾਰਥ ਸਭ ਸੁਖਦਾਈ। ਗੁਰੂ ਕੇ ਲੰਗਰਾਂ 'ਚ ਰਸਤਾਂ ਬਸਤਾਂ ਆਉਂਦੀਆਂ, ਬੜੇ ਵਧੀਆ ਪਦਾਰਥ ਬਣਦੇ ਹਨ। ਕਰੈਨ ਤਾ ਪ੍ਰਤ ਦਰਸ਼ਨ ਕੋਈ। ਮਹਾਰਾਜ ਦੇ ਦਰਸ਼ਨ ਹਰ ਰੋਜ਼ ਸਿੱਖ ਪ੍ਰੇਮ ਨਾਲ ਕਰਦੇ ਹਨ। ਉਹ ਆਵਤ ਜਬ ਕਾਰਜ ਹੋਏ। ਤੇ ਕਈ ਉਦੋਂ ਆਉਂਦੇ ਜਦੋਂ ਕੋਈ ਕੰਮ ਹੁੰਦਾ ਹੈ। ਗੁਰ ਘਰ ਕੀ ਸੇਵਾ ਸਭ ਭਾਂਤੀ। ਗੁਰੂ ਘਰ ਦੀ ਸੇਵਾ ਹਰ ਤਰ੍ਹਾਂ ਦੀ ਕਰੈ ਪ੍ਰੀਤ ਸੋ ਦਿਨ ਅਰ ਰਾਤੀ। ਦਿਨ ਰਾਤ ਪ੍ਰੇਮ ਨਾਲ ਸਿੱਖ ਕਰਦੇ ਹਨ। ਗੁਰ ਪਟਣੇ ਮੈਂ ਇਸੀ ਪ੍ਰਕਾਰ। ਪਟਨੇ ਨਗਰ ਦੇ ਵਿੱਚ ਇਸ ਪ੍ਰਕਾਰ ਕਿਤਕ ਦਿਓਸ ਗੁਰ ਬਸੇ ਉਦਾਰ। ਸਤਿਗੁਰੂ ਜੀ ਵਸੇ ਹਨ। ਬੜੇ ਭਾਗ ਜਾਗੇ ਜਿਨ ਕੇਰੇ। ਜਿਨ੍ਹਾਂ ਦੇ ਬੜੇ ਵੱਡੇ ਭਾਗ ਜਾਗੇ ਹਨ। ਸੇਵੈ ਗੁਰ ਪਗ ਹੋਏ ਕਰ ਨੇਰੇ। ਉਹ ਮਹਾਰਾਜ ਦੇ ਚਰਨਾਂ ਵਿੱਚ ਰਹਿ
ਰਹਿ ਕੇ ਗੁਰੂ ਸਾਹਿਬ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ। ਜਨਮ ਮਰਨ ਬੰਧਨ ਤਿਨ ਖੋਏ। ਉਹਨਾਂ ਦੇ ਜਨਮ ਮਰਨ ਦੇ ਬੰਧਨ ਕੱਟ ਦਿੱਤੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਗੁਰੂ ਕਿਰਪਾ ਤੇ ਮੁਕਤ ਸੋ ਹੋਏ। ਸੋ ਗੁਰੂ ਕਿਰਪਾ ਦੇ ਨਾਲ ਮੁਕਤੀ ਦੇ ਅਧਿਕਾਰੀ ਬਣੇ ਹਨ। ਸੋ ਸਾਧ ਸੰਗਤ ਜੀ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਸਾਹਿਬ ਵਿੱਚ ਜੋ ਕੌਤਕ ਕੀਤੇ ਉਹ ਕਥਾ ਆਪ ਜੀ ਸਰਵਣ ਕਰ ਰਹੇ ਹੋ। ਇੱਥੇ 11ਵੀਂ ਰਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨ ਹੁੰਦੀ ਹੈ। ਹੁਣ 12ਵੀਂ ਰਾਸ ਤੋਂ ਕਥਾ ਸ਼ੁਰੂ ਹੋਵੇਗੀ। ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ